पिंड कैलिफोर्निया ही क्यों सोचा? कबीर सिंह बादल ते सरदार प्रताप सिंह कैरों उन्होंने साडे पंजाब नूं कैलिफोर्निया कहंदे सी असीं बनाउणा ते असीं सोचदे हुंदे आ कि कैलिफोर्निया की सी जिहड़ा ओह बनाउणा चाहुंदे सी। हुण मैं भी उन्हां नूं कहना असीं मास्क इस लई नहीं पाउंदे, मास्क पा के लोकां ने इत्थे माड़ियां हरकतां करन दी कोशिश कीती। जदों कोरोना शुरू होया किलोमीटर दूर दे लोकां ने कहता कि पिंड कैलिफोर्निया इदां होया कि अफवाहां फैलाईयां। ਉਹ ਅਫਵਾਹਾਂ ਤੋਂ ਬਚਣ ਲਈ ਅਸੀਂ ਸਾਰੇ ਥਾਂ ਤੇ ਸਾਰੀ ਬਿਲਡਿੰਗ 'ਚ ਕੈਮਰੇ ਲਾਏ ਆ, ਕਈ ਥਾਵਾਂ ਤੇ ਗੁਪਤ ਥਾਵਾਂ ਤੇ ਵੀ ਲਾਏ ਆ ਕਿ ਜੇ ਕੱਲ ਕੋਈ ਨਾ ਕੋਈ ਮਾੜੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਸਾਡੇ ਕੈਮਰੇ 'ਚ ਜ਼ਰੂਰ ਕੈਚ ਹੋ ਜਾਏ। ਹੱਡ ਤੋੜ ਵੀ ਮਿਹਨਤ ਕਰਦੇ ਨੇ ਤੇ ਆਪਣੇ ਘਰਦਿਆਂ ਨੂੰ ਪੈਸੇ ਭੇਜਦੇ ਨੇ ਤੇ ਸਰਕਾਰਾਂ ਉਸੇ ਨੂੰ ਹੀ ਫੰਡਿੰਗ ਕਹਿੰਦੀਆਂ ਨੇ। ਤੁਹਾਨੂੰ ਤਾਂ ਨਹੀਂ ਕਦੀ ਕੋਈ ਮਤਲਬ ਸਰਕਾਰ ਨੇ ਕੋਈ ਘੇਰਨ ਦੀ ਕਿਸੇ ਪਾਸਿਓਂ ਕੋਸ਼ਿਸ਼ ਕੀਤੀ? ਅਸੀਂ ਵੀ ਬਾਹਰੋਂ ਆਏ ਆ, ਅਸੀਂ ਆਪਣੇ ਮਿਹਨਤ ਦੀ ਕਮਾਈ, ਮੈਂ 2 ਸਾਲ ਦੀ ਆਪਣੀ ਮਿਹਨਤ ਦੀ ਕਮਾਈ ਮੈਂ ਨਾਲ ਲੈ ਕੇ ਆਇਆ ਸੀ ਕਿ ਮੈਂ ਆਪਣੇ ਲੋਕਾਂ ਦੇ ਲਈ ਉਹ ਵਰਤਣ ਲਈ ਰੈਡੀ ਹਾਂ ਕਿ ਮੈਂ ਆਪਣੇ ਇੱਥੋਂ 2 ਸਾਲ ਦੀ ਕਮਾਈ ਮੈਂ ਇੱਥੇ ਜ਼ਰੂਰ ਲਾਊਂਗਾ। ਨਾ ਇੱਕ ਤੁਹਾਨੂੰ ਬਹੁਤ ਸੋਹਣਾ ਲੰਗਰ ਆ, ਪਹਿਲੇ ਦਿਨ ਤੋਂ ਚੱਲਦਾ ਚਾਚੇ ਦਾ ਲੰਗਰ ਅਸੀਂ ਕਹਿੰਦੇ ਆ, ਇੱਥੇ ਬਹੁਤ ਜ਼ਿਆਦਾ ਲੋਕ ਲੰਗਰ ਛਕਦੇ ਆ। ਸਾਰੀਆਂ ਜਿੰਨੀਆਂ ਸੰਸਥਾਵਾਂ ਵਾ, ਭਾਵੇਂ ਖਾਲਸਾ ਏਡ ਆ, ਭਾਵੇਂ ਯੂਨਾਈਟਿਡ ਸਿੱਖਸ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ। ਸੋ ਸਾਡੇ 12 ਘਰ ਜਿਹੜੇ ਤੁਹਾਨੂੰ ਦੱਸਿਆ 12 ਘਰ ਸਪਾਂਸਰ ਕੀਤੇ ਮੇਅਰ ਫਾਊਂਡੇਸ਼ਨ ਨੇ। ਬਾਕੀ ਤੁਹਾਨੂੰ ਘਰ ਵਿਖਾ ਦਿੰਦੇ ਆ, ਜਿਹੜੇ ਸੋਚਦੇ ਯਾਰ ਇਹਨਾਂ ਨੇ 1-2 ਦਿਨਾਂ ਬਾਅਦ ਚੱਲ ਜਾਣਾ, ਇਹਨਾਂ ਨੇ ਤੰਗ ਆ ਜਾਣਾ, ਉਹ ਜਿਹੇ ਘਰ ਵੇਖ ਲਓ, ਕੂਲਰ ਸਾਡੇ ਲੱਗੇ ਆ। ਆਉਣ ਵਾਲੇ ਮੈਨੂੰ ਲੱਗਦਾ 1-ਅੱਧੇ ਮਹੀਨੇ 'ਚ ਪੂਰਾ ਹੀ ਵਧੀਆ ਕੈਲੀਫੋਰਨੀਆ ਆਪਣਾ ਸੋਹਣਾ ਪਿੰਡ, ਇਹ ਨਾ ਹੋਵੇ ਇੱਥੇ ਸਰਪੰਚੀ ਦੀ ਇਲੈਕਸ਼ਨ ਵੀ ਚਾਚੇ ਨੂੰ ਖੜੀ ਕਰਨੀ ਪਵੇ। ਤੇ ਸਿੰਘੂ ਬਾਰਡਰ ਤੇ ਵੀ ਦੇਖਿਆ ਕਿ ਜੋੜਾਂ 'ਚ ਦਰਦਾਂ ਦੇ ਬਹੁਤ ਜਿਹੜੇ ਮਰੀਜ਼ ਆ ਰਹੇ ਨੇ, ਇੱਥੇ ਕਿਸ ਤਰ੍ਹਾਂ ਦੇ ਮਤਲਬ ਮਰੀਜ਼ ਆਉਂਦੇ ਨੇ? ਇੱਥੇ ਜ਼ਿਆਦਾ ਲੋਕ 80-90 ਸਾਲ ਦੇ ਬਹੁਤ ਬਜ਼ੁਰਗ ਨੇ ਹੈ ਨਾ, ਸੋ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਹੋਣਾ, ਹਾਈ ਬਲੱਡ ਪ੍ਰੈਸ਼ਰ ਵੀ ਹੋਣਾ, ਡਾਇਬਟੀਜ਼ ਵੀ ਹੋਣੀ ਆ, ਅੱਖਾਂ ਦੀਆਂ ਬਿਮਾਰੀਆਂ ਵੀ ਹੋਣੀਆਂ, ਗੋਡਿਆਂ ਦੀਆਂ ਬਿਮਾਰੀਆਂ ਵੀ ਹੋਣੀਆਂ। ਸੋ ਮੈਂ ਇਸ ਲਈ ਸਦਾ ਹੀ ਵਿਊਅਰਸ ਨੂੰ, ਆਲੇ ਦੁਆਲੇ ਡਾਕਟਰਸ ਨੂੰ ਇਹ ਕਹਿਣਾ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ। 4000 ਤੋਂ 6000 ਪੇਸ਼ੈਂਟ ਰੋਜ਼ ਵੇਖਦੇ ਆ ਇੱਥੇ। ਹੁਣ ਡਾਕਟਰ ਸਾਹਿਬ ਕਾਹਦੀ ਤੁਸੀਂ ਇੱਥੇ ਤਿਆਰੀਆਂ ਕਰਦੇ ਹੋ? ਐਡੇ ਬਾਂਸ ਤੇ ਉਹ ਲੋਹੇ ਦੇ ਸਾਰੇ ਰੱਖੇ ਹੋਏ ਨੇ। ਪੂਰੀ ਕੰਸਟਰਕਸ਼ਨ ਤੁਸੀਂ ਵੇਖਦੇ, JCB ਵੀ ਆ, ਉਹ ਬਾਥਰੂਮ ਆ ਪਿੱਛੇ ਗਏ, ਆ ਸਾਡੀ ਟਰਾਲੀ ਹੈ ਜਿਹਨਾਂ ਅਸੀਂ ਟਰਾਲੀ ਟੂ ਟਰਾਲੀ ਸਰਵਿਸ ਕਰਦੇ ਹਾਂ ਟਰੈਕਟਰਾਂ ਦੀ, ਆਹ ਪਾਣੀ ਦੀਆਂ ਟੈਂਕੀਆਂ, ਆਹ ਬਾਂਸ, ਤੇ ਇੱਥੇ ਸਾਡੇ ਲੋਹੇ ਦੇ ਘਰ ਤੇ ਹੁਣ ਵੈਲਡਿੰਗ ਇੱਥੇ ਹੁੰਦੀ ਔਨ ਦਾ ਸਪਾਟ। ਪਹਿਲਾਂ ਅਸੀਂ ਬਾਹਰੋਂ ਕਰਦੇ ਹੁੰਦੇ ਸੀ, ਹੁਣ ਇੱਥੇ ਹੀ ਸਭ ਵੈਲਡਿੰਗ ਵੀ ਇੱਥੇ ਹੁੰਦੀ ਆ, ਲੋਹਾ ਵੀ ਇੱਥੇ ਹੁੰਦਾ, ਸੋ ਇੱਥੇ ਹੀ ਘਰ ਬਣਾਈ ਦੀ, ਇੱਥੋਂ ਫਿਰ ਅੱਗੇ ਟਰਾਂਸਪੋਰਟ। ਆਹ ਸਾਡਾ ਮੋਦੀ ਖਾਨਾ ਜੀ। ਮੋਦੀ ਖਾਨੇ ਦੇ ਵਿੱਚ ਕਦੀ ਕੋਈ ਅੰਨ ਦੀ ਕਮੀ ਆਈ ਹੋਵੇ ਭੰਡਾਰ ਦੇ ਵਿੱਚ? ਕਦੀ ਕਮੀ ਆ ਗਈ ਫਿਰ ਅਸੀਂ ਇਹਦਾ ਨਾਮ ਬਦਲ ਦਾਂਗੇ, ਕਿਉਂਕਿ ਜਿੱਥੇ ਵਾਹਿਗੁਰੂ ਦੀ ਕਿਰਪਾ ਹੋਵੇ ਉੱਥੇ ਕਦੀ ਵੀ ਜਿੱਥੇ ਬਣ ਗਿਆ ਮੋਦੀ ਖਾਨਾ ਉੱਥੇ ਕਮੀ ਨਹੀਂ ਕਦੀ ਰਹਿ ਸਕਦੀ। ਇਹ ਬਾਈ ਜੀ ਦਿਨੇ ਲਾਇਬ੍ਰੇਰੀ ਹੁੰਦੀ ਆ, ਰਾਤ ਨੂੰ ਮੂਵੀ ਥੀਏਟਰ ਵੀ ਬਣ ਜਾਂਦਾ, ਫਿਰ ਲਿਵਿੰਗ ਸ਼ੈਲਟਰ ਵੀ ਬਣ ਜਾਂਦਾ। ਸੋ ਡਿਪੈਂਡਿੰਗ ਔਨ ਕਿੰਨੇ ਲੋਕ ਆ, ਕਿੰਨੀ ਲੋੜ ਆ, ਉਹਦੇ ਹਿਸਾਬ ਨਾਲ ਇਹ ਚੇਂਜ ਹੁੰਦਾ ਰਹਿੰਦਾ। ਪਰ ਦਿਨੇ ਯੂਜਲੀ ਲਾਇਬ੍ਰੇਰੀ ਹੈ ਜਿੱਥੇ ਲੋਕ ਆ ਕੇ ਪੜ੍ਹਦੇ ਆ, ਲਿਖਦੇ ਆ। ਫਿਰ ਸਾਡਾ ਸਕਰੀਨ ਆ ਗਈ ਹਾਂਜੀ, ਇੱਥੇ ਰਾਤ ਨੂੰ ਮੂਵੀਜ਼ ਵਿਖਾਉਂਦੇ ਆ, ਜਦੋਂ ਭਾਵੇਂ ਸਾਹਿਬਜ਼ਾਦਿਆਂ ਤੇ ਜਾਂ ਉੱਦਾਂ। ਜਦੋਂ ਇਹ ਸੰਘਰਸ਼ ਖਤਮ ਹੋ ਜੇ, ਜਦੋਂ ਅਸੀਂ ਵਾਪਸ ਅਮਰੀਕਾ ਚੱਲ ਜਾਈਏ, ਪਰ ਇੱਥੋਂ ਦੇ ਲੋਕ ਕਹਿਣ ਬਈ ਆਪਣੇ ਸਰਪੰਚਾਂ ਨੂੰ, MLA ਨੂੰ ਵੀ ਸਾਨੂੰ ਉਹੋ ਜਿਹਾ ਕੈਲੀਫੋਰਨੀਆ ਚਾਹੀਦਾ ਜਿੱਥੇ ਪੜ੍ਹਾਈ ਹੋਵੇ ਤੇ ਪੜ੍ਹਾਈ ਸਾਰਿਆਂ ਲਈ ਹੋਵੇ, ਜਿੱਥੇ ਮੈਡੀਕਲ ਹੋਵੇ ਤੇ ਮੈਡੀਕਲ ਸੇਮ ਹੋਵੇ, ਬੈਸਟ ਮੈਡੀਕਲ ਸਾਰਿਆਂ ਲਈ ਹੋਵੇ, ਅਮੀਰ ਲਈ ਗਰੀਬ ਲਈ ਸੇਮ। ਪੀਣ ਵਾਲਾ ਪਾਣੀ ਹੋਵੇ, ਉਹ ਪਾਣੀ ਨਾ ਹੋਵੇ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਕੈਂਸਰ ਹੋ ਸਕੇ। ਖਾਣ ਲਈ ਰੋਟੀ ਹੋਵੇ, ਛੱਤ ਹੋਵੇ, ਤੇ ਇੱਕ ਫਿਊਚਰ ਹੋਵੇ ਜਿੱਥੇ ਸਾਡੇ ਬੱਚੇ ਵੀ ਡਰੀਮ ਕਰ ਸਕਦੇ, ਅਸੀਂ ਵੀ DC ਬਣ ਸਕਦੇ ਹਾਂ। ਕੋਈ ਕਹਿੰਦਾ ਕਿ ਅਸੀਂ ਮੰਜੇ ਹੀ ਲਾਉਣੇ ਆ, ਕੋਈ ਆਂਦਾ ਸਾਨੂੰ ਕਿਚਨ ਵੀ ਨਾਲ ਚਾਹੀਦੀ ਆ, ਸੋ ਉਹਦੇ ਨਾਲ ਪਾਰਸ਼ਨ ਕਰਕੇ ਦੇਣਾ ਪੈਂਦਾ। ਹਰ ਇੱਕ ਦਾ ਸਟਾਈਲ ਦੇ ਹਿਸਾਬ ਨਾਲ ਅਸੀਂ ਚੀਜ਼ ਬਣਾਉਂਦੇ ਆ। ਤੇ ਆਹ ਮਤਲਬ ਕਿ ਸਾਡੇ ਹੁਣ ਆਲਮੋਸਟ 800 ਘਰ ਬਣ ਗਏ ਆ, ਬਾਂਸ ਦੇ ਲੋਹੇ ਦੇ ਮਿਲਾ ਕੇ ਸਾਰੇ ਟਿਕਰੀ ਤੇ। ਸਾਡਾ ਟੀਚਾ ਸੀ 1000 ਦਾ, ਪਰ ਮੈਨੂੰ ਲੱਗਦਾ ਸਾਨੂੰ 1000 ਤੋਂ ਵੱਧ ਉੱਪਰ ਨੰਬਰ ਖਿੱਚ ਕੇ ਲੈ ਕੇ ਜਾਣਾ ਪਊਗਾ।
ਸਤਿ ਸ਼੍ਰੀ ਅਕਾਲ, ਮੈਂ ਹਾਂ ਸਨਮਜੀਤ ਸਿੰਘ ਪੱਲਾ। ਟੀਕਰੀ ਬਾਰਡਰ ਤੇ ਅਸੀਂ ਮੌਜੂਦ ਹਾਂ ਤੇ ਟੀਕਰੀ ਬਾਰਡਰ ਦੇ ਵੀ ਅਸੀਂ ਪਿੰਡ ਕੈਲੀਫੋਰਨੀਆ ਦੇ ਵਿੱਚ ਇੱਥੇ ਪਹੁੰਚੇ ਹੋਏ ਹਾਂ, ਜੋ ਡਾਕਟਰ ਸਵਾਈਮਾਨ ਸਿੰਘ ਵੱਲੋਂ ਇੱਥੇ ਬਣਾਇਆ ਗਿਆ ਸੀ ਪਿੰਡ ਕੈਲੀਫੋਰਨੀਆ, ਜੋ ਖੁਦ ਆਪਣਾ ਘਰ ਅਮਰੀਕਾ ਦੇ ਵਿੱਚ ਛੱਡ ਕੇ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਇੱਥੇ ਪਹੁੰਚੇ ਸੀ ਲੋਕਾਂ ਦੀ ਸੇਵਾ ਕਰਨ ਵਾਸਤੇ, ਸਿਰਫ 5 ਦਿਨ ਵਾਸਤੇ। ਤਾਂ ਜਦੋਂ ਇੱਥੇ ਆ ਕੇ 5 ਦਿਨ ਦੀ ਸੇਵਾ ਉਹਨਾਂ ਨੇ ਨਿਭਾਈ ਤਾਂ ਉਹਨਾਂ ਦਾ ਦਿਲ ਕੀਤਾ ਕਿ ਨਹੀਂ, 5 ਦਿਨ ਮੈਂ ਹੋਰ ਇੱਥੇ ਰੁਕਾਂ। ਤਾਂ 5 ਦਿਨ ਜਿਹੜੇ ਉਹਨਾਂ ਦੇ ਹੋਰ ਇੱਥੇ ਲੱਗੇ ਤਾਂ ਲੋਕਾਂ ਦੇ ਨਾਲ ਇੱਥੇ ਉਹਨਾਂ ਦੀ ਅਟੈਚਮੈਂਟ ਹੋਈ, ਕਿਉਂਕਿ ਪੇਸ਼ੇ ਵਜੋਂ ਡਾਕਟਰ ਸੀਗੇ, ਦਿਲ ਦੇ ਡਾਕਟਰ ਨੇ ਉਹ। ਤੇ ਜਦੋਂ ਇੱਥੇ ਆਏ ਲੋਕਾਂ ਦੇ ਹਾਲਾਤ ਦੇਖੇ ਕਿ ਲੋਕ ਇੰਨੀ ਠੰਡ ਦੇ ਵਿੱਚ ਕਿਸ ਤਰ੍ਹਾਂ ਬਾਰਡਰਾਂ ਤੇ ਬੈਠੇ ਨੇ ਅਤੇ ਕੀ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ, ਹਾਰਟ ਫੇਲ ਹੋ ਰਹੇ ਨੇ, ਉਹਨਾਂ ਨੂੰ ਹਾਰਟ ਅਟੈਕ ਦੀਆਂ ਬਿਮਾਰੀਆਂ ਆ ਰਹੀਆਂ ਨੇ, ਤਾਂ ਉਹਨਾਂ ਨੇ ਫਿਰ ਇੱਕ ਇੱਥੇ ਪਿੰਡ ਕੈਲੀਫੋਰਨੀਆ ਵਸਾਇਆ। ਉਸੇ ਪਿੰਡ ਕੈਲੀਫੋਰਨੀਆ ਦੇ ਵਿੱਚ ਮੌਜੂਦ ਹਾਂ ਅੱਜ ਡਾਕਟਰ ਸਵਾਈਮਾਨ ਦੇ ਨਾਲ ਹੀ। ਤੁਹਾਨੂੰ ਅੱਜ ਸਾਰਾ ਪਿੰਡ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਅਮਰੀਕਾ ਛੱਡ ਕੇ ਇੱਥੇ ਦਿੱਲੀ ਦੀ ਟੀਕਰੀ ਬਾਰਡਰ ਤੇ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਅਮਰੀਕਾ ਦਾ ਕੈਲੀਫੋਰਨੀਆ ਸ਼ਹਿਰ ਇੱਥੇ ਵਸਾਇਆ। ਤਾਂ ਆਓ ਤੁਹਾਨੂੰ ਡਾਕਟਰ ਸਵਾਈਮਾਨ ਸਿੰਘ ਦੇ ਨਾਲ ਹੀ ਸਾਰਾ ਪਿੰਡ ਕੈਲੀਫੋਰਨੀਆ ਦਿਖਾਉਂਦੇ ਹਾਂ। ਤਾਂ ਹੁਣ ਪਿੰਡ ਕੈਲੀਫੋਰਨੀਆ ਦੀ ਮੇਨ ਐਂਟਰੈਂਸ ਤੇ ਪਹੁੰਚ ਚੁੱਕੇ ਹਾਂ। ਸਾਡੇ ਨਾਲ ਡਾਕਟਰ ਸਵਾਈਮਾਨ ਸਿੰਘ ਵੀ ਮੌਜੂਦ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਕਿੱਦਾਂ ਨੇ ਸਿਹਤਾਂ? ਹੁਣ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਪੂਰੀ। ਲੋਕਾਂ ਦੀ ਸੇਵਾ ਇੱਥੇ ਕਰ ਰਹੇ ਹੋ, ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋ ਕਿ ਨਹੀਂ? ਨਹੀਂ, ਉਹ ਵਾਹਿਗੁਰੂ ਦੇ ਉੱਤੇ ਹੈ ਜੀ। ਹਾਂ, ਬਾਕੀ ਆਪਣੀ ਟੀਮ ਬਹੁਤ ਵਧੀਆ, ਉਹ ਸਾਡਾ ਆਪੇ ਖਿਆਲ ਰੱਖ ਲੈਂਦੇ ਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਕਰਦੇ ਹਾਂ, ਥੋੜ੍ਹਾ ਪਿੱਛੇ ਹੀ ਜਾਂਦੇ ਹਾਂ। ਤੁਸੀਂ ਆਏ ਇੱਥੇ ਕਦੋਂ ਸੀਗੇ? ਕਿੰਨੀ ਤਰੀਕ ਨੂੰ, ਕਿਹੜੇ ਮਹੀਨੇ ਤੁਸੀਂ ਇੱਥੇ ਪਹੁੰਚੇ ਸੀ ਟੀਕਰੀ ਬਾਰਡਰ? ਸੋ ਬਾਈ, ਸਾਡੀ ਟੀਮ ਜਿਹੜੀ ਨਾ ਫਸਟ ਡੇ ਤੋਂ ਫਾਇਰ ਰਿਵਰ ਹਾਰਟ ਐਸੋਸੀਏਸ਼ਨ ਪਹਿਲੇ ਦਿਨ ਤੋਂ ਕੰਮ ਕਰ ਰਹੀ ਹੈ। 26 ਤਰੀਕ ਨੂੰ ਸਿੰਘੂ ਬਾਰਡਰ ਤੇ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਸੀ ਤੇ 7-8 ਤਰੀਕ ਨੂੰ ਅਸੀਂ ਟੀਕਰੀ ਬਾਰਡਰ ਤੇ ਆਪਣਾ ਬੇਸ ਸ਼ਿਫਟ ਕਰ ਲਿਆ ਸੀ। ਕਿੰਨੇ ਕੁ ਦਿਨਾਂ ਵਾਸਤੇ ਪਹਿਲਾਂ ਆਏ ਸੀਗੇ? ਨੋ, ਮੇਰਾ ਇਨੀਸ਼ੀਅਲ ਪਲਾਨ 5 ਦਿਨਾਂ ਦਾ ਸੀ ਤੇ ਕਿਉਂਕਿ ਜਿੱਦਾਂ ਕੰਮ ਤੋਂ ਛੁੱਟੀਆਂ ਮਿਲਦੀਆਂ, 5 ਦਿਨ ਦੀਆਂ ਛੁੱਟੀਆਂ ਮਿਲੀਆਂ ਸੀ। ਸੋ ਪਲਾਨ ਇਹ ਹੋਈ ਸੀ ਇੱਥੇ ਕਲੀਨਿਕ ਬਣਾ ਕੇ ਡਾਕਟਰਸ ਹਾਇਰ ਕਰਕੇ, ਕਿਉਂਕਿ ਉਦੋਂ ਮੈਨੂੰ ਦੱਸਿਆ ਗਿਆ ਸੀ ਇੱਥੇ ਲੋੜ ਆ ਜੀ ਆਪਣੇ, ਕਿਉਂਕਿ ਜੋ ਪੰਜਾਬ 'ਚ ਹਾਲ ਹੋਇਆ ਸੀ ਸਾਨੂੰ ਪਤਾ ਹੀ ਕੁਛ ਨਾ ਕੁਛ ਇੱਥੇ ਲੋੜ ਪੈਣੀ ਘਰੋਂ ਬਾਹਰ। ਤੇ ਫਿਰ ਸੋਚਿਆ 5 ਦਿਨ ਯਾਰ ਵਧੀਆ ਸੈਟਅਪ ਕਰਕੇ ਕਲੀਨਿਕ ਬਣਾ ਕੇ ਆਪਾਂ ਤੁਰ ਜਾਂਗੇ ਬਾਹਰ। 5 ਤੋਂ 10 ਦਿਨ ਹੋ ਗਏ, 10 ਤੋਂ 15, ਫਿਰ ਇੱਕ 15 ਦਿਨਾਂ ਬਾਅਦ ਮੈਨੂੰ ਇੱਕ ਮਹਿਸੂਸ ਜਿਹਾ ਹੋ ਗਿਆ ਕਿ ਨਹੀਂ ਯਾਰ, ਹੁਣ ਜਦੋਂ ਖਤਮ ਹੋਊਗਾ ਉਦੋਂ ਹੀ ਜਾਣਾ ਪੈਣਾ। ਪਰ ਇੰਨਾ ਨਹੀਂ ਪਤਾ ਕਿ ਹੁਣ 4 ਮਹੀਨੇ। ਫਿਰ ਹੀ ਸੋਚਿਆ ਹੁਣ ਚਲੋ ਬਈ, ਇੱਥੇ ਪਿੰਡ ਕੈਲੀਫੋਰਨੀਆ ਵਸਾਨ ਦਾ ਸੋਚ ਲਿਆ, ਵਿਉਂ ਤਾਂ ਬਣਾ ਲਈ ਪੂਰੀ। ਉਹਦਾ ਵੀ ਰੀਜ਼ਨ ਸੀ ਸਰ, ਉਹਦਾ ਰੀਜ਼ਨ ਇਸ ਲਈ ਬਣਿਆ ਕਿਉਂਕਿ ਇੱਥੇ ਹੀ ਬਿਲਡਿੰਗ ਦੇ ਥੱਲੇ ਹੀ ਨਾ, ਇਹ ਬਿਲਡਿੰਗ ਬਹੁਤ ਜਿੱਦਾਂ ਖੰਡਰ ਟਾਈਪ ਬਿਲਡਿੰਗ ਜਦੋਂ ਅਸੀਂ ਟੇਕ ਓਵਰ ਕੀਤਾ, ਦਸੰਬਰ 20 ਦੀ ਗੱਲ ਹੈ, ਇੱਥੇ ਬਜ਼ੁਰਗ ਦੀ ਮੌਤ ਹੋਈ। ਮੈਨੂੰ ਸਵੇਰੇ ਕਾਲ ਕੀਤਾ ਬਈ ਇੱਦਾਂ ਆਓ ਵੇਖੋ, ਉਦੋਂ ਹਜੇ ਲਾਈਵ ਹੀ, ਵਿਦਿਨ 5 ਮਿੰਟਸ ਉਹਨਾਂ ਦੀ ਡੈਥ ਹੋ ਗਈ। ਉਦੋਂ ਮੇਰੇ ਅੱਖਾਂ ਸਾਹਮਣੇ ਜੇ ਟੇਕ ਕੇਅਰ ਕੀ ਕਰਨੀ ਸੀ ਉਹਨਾਂ ਦੀ, ਪਰ ਮੌਤ ਹੋਈ ਠੰਡ ਕਾਰਨ। ਫਿਰ ਅਸੀਂ ਕਿਹਾ ਯਾਰ ਅਸੀਂ ਰਹਿਣ ਬਸੇਰੇ ਦਾ ਕਰਨਾ ਜ਼ਰੂਰ ਆ। ਉਦੋਂ ਮਿਲ ਮਲ ਕੇ ਅਸੀਂ ਕਿਹਾ ਕਿ ਆਹ ਬਿਲਡਿੰਗ ਅਸੀਂ ਰੀਕਨਸਟਰਕਟ ਕਰਾਂਗੇ, ਜਿੱਦਾਂ ਵੀ ਇਹਨੂੰ ਮਤਲਬ ਕਿ ਵਧੀਆ ਬਣਾਵਾਂਗੇ, ਸੋਹਣੀ ਬਣਾਵਾਂਗੇ। ਨਾਮ ਇਹਦਾ ਪਿੰਡ ਕੈਲੀਫੋਰਨੀਆ ਹੀ ਕਿਉਂ ਸੋਚਿਆ? ਇਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੇ ਸਾਡੇ ਪੰਜਾਬ ਨੂੰ ਕੈਲੀਫੋਰਨੀਆ ਕਹਿੰਦੇ ਸੀ ਅਸੀਂ ਬਣਾਉਣਾ। ਤੇ ਅਸੀਂ ਸੋਚਦੇ ਹੁੰਦੇ ਹਾਂ ਕਿ ਕੈਲੀਫੋਰਨੀਆ ਕੀ ਸੀ ਜਿਹੜਾ ਉਹ ਬਣਾਉਣਾ ਚਾਹੁੰਦੇ ਸੀ। ਉਹ ਬਲੂ ਪ੍ਰਿੰਟ ਅਸੀਂ ਕਿਹਾ ਕਿ ਅਸੀਂ ਐਸਾ ਬਲੂ ਪ੍ਰਿੰਟ ਬਣਾਈਏ ਜਿਹੜਾ ਸਾਡੇ ਦਿਮਾਗ 'ਚ ਉਹ ਕੈਲੀਫੋਰਨੀਆ ਕਿਹਦੀ ਗੱਲ ਕਰਦੇ ਹੋਣਗੇ ਕਿ ਜਦੋਂ ਇਹ ਸੰਘਰਸ਼ ਖਤਮ ਹੋ ਜੇ, ਜਦੋਂ ਅਸੀਂ ਵਾਪਸ ਅਮਰੀਕਾ ਚੱਲ ਜਾਈਏ, ਪਰ ਇੱਥੋਂ ਦੇ ਲੋਕ ਕਹਿਣ ਬਈ ਆਪਣੇ ਸਰਪੰਚਾਂ ਨੂੰ, MLA ਨੂੰ, ਬਈ ਸਾਨੂੰ ਉਹੋ ਜਿਹਾ ਕੈਲੀਫੋਰਨੀਆ ਚਾਹੀਦਾ ਜਿੱਥੇ ਪੜ੍ਹਾਈ ਹੋਵੇ ਤੇ ਪੜ੍ਹਾਈ ਸਾਰਿਆਂ ਲਈ ਹੋਵੇ, ਜਿੱਥੇ ਮੈਡੀਕਲ ਹੋਵੇ ਤੇ ਮੈਡੀਕਲ ਸੇਮ ਹੋਵੇ, ਬੈਸਟ ਮੈਡੀਕਲ ਸਾਰਿਆਂ ਲਈ ਹੋਵੇ, ਅਮੀਰ ਲਈ ਗਰੀਬ ਲਈ ਸੇਮ। ਪੀਣ ਵਾਲਾ ਪਾਣੀ ਹੋਵੇ, ਉਹ ਪਾਣੀ ਨਾ ਹੋਵੇ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਕੈਂਸਰ ਹੋ ਸਕੇ। ਖਾਣ ਲਈ ਰੋਟੀ ਹੋਵੇ, ਛੱਤ ਹੋਵੇ ਤੇ ਇੱਕ ਫਿਊਚਰ ਹੋਵੇ ਜਿੱਥੇ ਸਾਡੇ ਬੱਚੇ ਵੀ ਡਰੀਮ ਕਰ ਸਕਣ, ਅਸੀਂ ਵੀ DC ਬਣ ਸਕਦੇ ਹਾਂ। ਤੇ ਅੱਜ ਹੁਣ ਤੁਸੀਂ ਆਪਣੇ ਕੈਲੀਫੋਰਨੀਆ ਦੇ ਦਰਸ਼ਨ ਸਾਨੂੰ ਜ਼ਰੂਰ ਕਰਾਓ, ਅਸੀਂ ਵੀ ਦੇਖੀਏ ਕਿ ਕਿਸ ਤਰ੍ਹਾਂ ਦਾ ਤੁਸੀਂ ਟੀਕਰੀ ਬਾਰਡਰ ਤੇ ਕੈਲੀਫੋਰਨੀਆ ਪਿੰਡ ਵਸਾਇਆ ਹੋਇਆ। ਪਹਿਲੀ ਗੱਲ ਬਾਈ ਜੀ, ਅਸੀਂ ਪ੍ਰਾਊਡ ਆ, ਇੱਥੇ ਸਾਫ਼ ਸਫਾਈ ਬਹੁਤ ਰੱਖਦੇ ਸਾਡੇ ਜਿਹੜੇ ਪਿੰਡ ਵਾਸੀ ਆ, ਬਹੁਤ ਵਧੀਆ ਇੱਥੇ ਆਪਣੀ ਟੇਕ ਕੇਅਰ ਕਰਦੇ ਆ। ਰਸਤਾ ਆ ਗਿਆ ਆ ਜਿੱਦਾਂ ਆਪਣੇ, ਚਲੋ ਆ ਤੁਹਾਨੂੰ ਚਲੋ ਇਹੋ ਹੀ ਘਰ 'ਚ ਵਿਖਾ ਦਿੰਦੇ ਆ ਲੋਹੇ ਦੇ ਘਰ ਜਿਹੜੇ ਬਣਦੇ ਆ। ਸੋ ਇੱਦਾਂ ਥੱਲੇ ਮੰਜਿਆਂ ਤੇ ਨਾਲ ਕਿਚਨ, ਹਰ ਇੱਕ ਦਾ ਆਪਣਾ ਸਟਾਈਲ ਆ। ਹੁਣ ਕੋਈ ਕਹਿੰਦਾ ਕਿ ਅਸੀਂ ਮੰਜੇ ਹੀ ਲਾਉਣੇ ਆ, ਕੋਈ ਆਂਦਾ ਸਾਨੂੰ ਕਿਚਨ ਵੀ ਨਾਲ ਚਾਹੀਦੀ ਆ, ਸੋ ਉਹਦੇ ਨਾਲ ਪਾਰਸ਼ਨ ਕਰਕੇ ਦੇਣਾ ਪੈਂਦਾ। ਹਰ ਇੱਕ ਦਾ ਸਟਾਈਲ ਦੇ ਹਿਸਾਬ ਨਾਲ ਅਸੀਂ ਚੀਜ਼ ਬਣਾਉਂਦੇ ਆ। ਤੇ ਆਹ ਮਤਲਬ ਕਿ ਸਾਡੇ ਹੁਣ ਆਲਮੋਸਟ 800 ਘਰ ਬਣ ਗਏ ਆ, ਬਾਂਸ ਦੇ ਲੋਹੇ ਦੇ ਮਿਲਾ ਕੇ ਸਾਰੇ ਟਿਕਰੀ ਤੇ। ਸਾਡਾ ਟੀਚਾ ਸੀ 1000 ਦਾ, ਪਰ ਮੈਨੂੰ ਲੱਗਦਾ ਸਾਨੂੰ 1000 ਤੋਂ ਵੱਧ ਉੱਪਰ ਨੰਬਰ ਖਿੱਚ ਕੇ ਲੈ ਕੇ ਜਾਣਾ ਪਊਗਾ। ਆ ਵੀ ਤੁਹਾਨੂੰ ਘਰ ਲੈ ਜਾਂਦੇ ਆ, ਇੱਕ ਹੋਰ ਅੱਜ ਦਾ ਤੁਸੀਂ ਵੇਖ ਦਿਓ। ਬਾਕੀ ਇਹ ਆ ਕਿ ਪਿੰਡ ਵਾਲਿਆਂ ਦਾ ਯੋਗਦਾਨ ਬਹੁਤ ਹੁੰਦਾ। ਅਸੀਂ ਇਹ ਵੇਖਦੇ ਹਾਂ ਜਿਹੜੇ ਪਿੰਡ ਵਾਸੀ ਆ, ਬਾਈ ਜੀ ਆਇਓ, ਸੌਰੀ ਫੇਰ ਡਿਸਟਰਬ ਕਰਨ ਲੱਗੇ ਆ। ਹਾਂਜੀ, ਸੋ ਇਹ ਆ ਕਿ ਇਹਨਾਂ ਨੇ ਵੀ ਲਿਖਿਆ ਹੋਇਆ ਆਪਣੇ ਘਰ ਦੇ ਆਲੇ ਦੁਆਲੇ ਸਫਾਈ ਰੱਖੋ, ਮਤਲਬ ਪੂਰੀ ਸਫਾਈ ਰੱਖਣੀ ਹੈ।
ਤੁਸੀਂ ਮੇਰੀ ਇਹ ਲਿਖਾ ਲਓ ਗੱਲ ਕਿ ਕਦੀ ਇੰਨਾ ਸਾਫ਼ ਹਰਿਆਣਾ ਇੱਥੇ ਏਰੀਆ ਇੰਨਾ ਸਾਫ਼ ਨਹੀਂ ਹੋਊਗਾ ਜਿੰਨਾ ਹੁਣ ਆ ਇਸ ਵੇਲੇ, ਜਿੰਨੀ ਸਾਫ਼ ਸਫਾਈ ਵੀਰਾਂ ਨੇ ਰੱਖੀ ਆ ਇੱਥੇ। ਤਾਂ ਇੱਥੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਘਰਾਂ ਦੇ ਵਿੱਚ ਇੱਥੇ ਬਣਾ ਕੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ, ਟੀਵੀ ਲੱਗੇ ਹੋਏ ਨੇ, ਪੂਰੇ ਆਰਾਮ ਦੀ ਜ਼ਿੰਦਗੀ ਇੱਥੇ ਜੀ ਰਹੇ ਨੇ। ਪਰ ਔਖਾ ਬਹੁਤ ਹੁੰਦਾ ਕਿਉਂਕਿ ਆਪਣੇ ਘਰ ਛੱਡ ਕੇ ਇੱਥੇ ਕੋਈ ਜਦੋਂ ਆ ਕੇ ਬੈਠਦਾ ਔਖਾ ਜ਼ਰੂਰ ਹੁੰਦਾ, ਪਰ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜਿਹੜੀਆਂ ਸੁਵਿਧਾਵਾਂ ਨੇ ਉਹ ਦਿੱਤੀਆਂ ਜਾ ਸਕਣ। ਤਾਂ ਹੋਰ ਅੱਗੇ ਕੀ ਡਾਕਟਰ ਸਾਹਿਬ ਵਸਾਇਆ ਤੁਸੀਂ ਇੱਥੇ ਲੋਕਾਂ ਨੂੰ ਇਕੱਠਾ ਕੀਤਾ? ਆ ਜਿਹੜੇ ਜੀ ਇੱਧਰ ਤੁਸੀਂ ਵੇਖ ਸਕਦੇ ਬਾਂਸ ਦੇ ਘਰ ਜਿਹੜੇ ਬਣੇ ਆ ਜੀ, ਆ ਫੁੱਲੀ ਕੰਪਲੀਟਡ ਨਾਲ ਤਰਪਾਲ। ਗੁੱਡ ਥਿੰਗ ਇਹਦੀ ਇਹ ਨਾ ਆਲੇ ਦੁਆਲੇ ਮੱਛਰਦਾਨੀ ਪੈ ਜਾਂਦੀ ਆ। ਤੇ ਮਿਹਰ ਨਿਵਾਸ ਇਹਦਾ ਨਾਮ ਰੱਖਿਆ ਹੋਇਆ, ਮਤਲਬ ਕਿ ਰੱਬ ਦੀ ਮਿਹਰ ਆ ਪੂਰੀ ਇੱਥੇ। ਹਾਂਜੀ, ਇਹਦਾ ਕੀ ਹੈ ਕਿ ਸਾਡੇ ਨਾਲ ਅਸੀਂ ਸਾਰੀਆਂ ਜਿੰਨੀਆਂ ਸੰਸਥਾਵਾਂ ਵਾ, ਭਾਵੇਂ ਖਾਲਸਾ ਏਡ ਆ, ਭਾਵੇਂ ਯੂਨਾਈਟਿਡ ਸਿੱਖਸ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ। ਸੋ ਸਾਡੇ 12 ਘਰ ਜਿਹੜੇ ਤੁਹਾਨੂੰ ਦੱਸਿਆ 12 ਘਰ ਸਪਾਂਸਰ ਕੀਤੇ ਮੇਅਰ ਫਾਊਂਡੇਸ਼ਨ ਨੇ। ਸੋ ਉਹਨਾਂ ਨੂੰ ਇਹੀ ਕਹਿਤਾ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਨਾਮ ਰੱਖ ਦਿਓ ਉਹਨਾਂ ਦੇ ਜਿਹੜੇ ਮਿੱਤਰਾਂ ਨੇ। ਸੋ ਇਦਾਂ ਹੀ ਆ ਜਿਹੜਾ ਲੋਹੇ ਦਾ ਸ਼ਿਕੰਜਾ ਪਿਆ ਇਦਾਂ ਵੇਖਦਾ ਪਹਿਲਾਂ, ਫਿਰ ਬਣਾ ਕੇ ਜਿੱਦਾਂ ਤੁਸੀਂ ਵੇਖ ਲਿਆ ਉਦਾਂ ਲੱਗ ਜਾਂਦਾ। ਮਤਲਬ ਇਦਾਂ ਦੇ ਤੁਸੀਂ 800 ਬਣਾ ਚੁੱਕੇ ਹੋ? 800 ਬਣਾ ਚੁੱਕੇ ਆ। ਸਾਡਾ ਟੀਚਾ 1000 ਦਾ, ਪਰ ਅਸੀਂ ਟੀਚਾ ਬਹੁਤ ਕ੍ਰਾਸ ਕਰ ਜਾਣਾ। ਆ ਇੱਕ ਤੁਹਾਨੂੰ ਬਹੁਤ ਸੋਹਣਾ ਲੰਗਰ ਆ, ਪਹਿਲੇ ਦਿਨ ਤੋਂ ਚੱਲਦਾ ਚਾਚੇ ਦਾ ਲੰਗਰ ਅਸੀਂ ਕਹਿੰਦੇ ਆ। ਇੱਥੇ ਬਹੁਤ ਜ਼ਿਆਦਾ ਲੋਕ ਲੰਗਰ ਛਕਦੇ ਆ। ਤੇ ਚਾਚੇ ਦਾ ਲੰਗਰ ਕਿਉਂ ਕਹਿੰਦੇ ਹੋ? ਬਸ ਉਹ ਪਿਆਰ ਨਾਲ ਜੀ, ਹੁਣ ਇੱਥੇ ਰਹਿਣਾ, ਇਹੋ ਹੀ ਪਿੰਡ ਆ, ਇਹੋ ਹੀ ਵਾਸੀ, ਇੱਥੇ ਹੀ ਸਾਡੇ ਮੁੰਡੇ ਡਾਕਟਰ ਸਾਰੇ ਲੰਗਰ ਛਕਦੇ ਆ, ਬੜੇ ਪਿਆਰ ਨਾਲ ਸਾਨੂੰ ਲੰਗਰ ਛਕਾਉਂਦੇ ਆ। ਫਿਰ ਮੈਂ ਇਹੋ ਹੀ ਕਹਿੰਦਾ ਕਿ ਪਰਿਵਾਰ ਆ ਚਾਚਾ ਸਾਡਾ, ਇੱਧਰ ਵੇਖੋ ਜੀ, ਇਹ ਨੇ ਚਾਚਾ ਜੀ, ਇਹ ਚਾਚਾ ਜੀ ਦਾ ਲੰਗਰ ਹੈ। ਹਾਂਜੀ ਹਾਂਜੀ, ਪਹਿਲੇ ਦਿਨ ਤੋਂ ਬੜੇ ਪਿਆਰ ਨਾਲ ਰੋਟੀ ਛਕਾਉਂਦੇ ਸਾਡੇ ਡਾਕਟਰਾਂ ਨੂੰ। ਤੇ ਫਿਰ ਚਾਚੇ ਦਾ ਰੋਲ ਹੀ ਹੈਗੀ ਹੈ ਨਾ, ਰੋਲ ਨਿਭਾਉਂਦੇ ਆ ਸਾਨੂੰ, ਸਾਡੀ ਜਿਹੜੀ ਸਿਹਤ ਦੀ ਟੇਕ ਕੇਅਰ ਕਰਦੇ ਪਿਛਲੇ 4 ਮਹੀਨਿਆਂ ਤੋਂ। ਤੇ ਇਦਾਂ ਹੀ ਇੱਥੇ ਸੰਗਤ ਸਾਰਾ ਦਿਨ ਪ੍ਰਸ਼ਾਦੇ ਛਕਦੀ ਆ, ਤੇ ਚਾਹ ਵੀ ਚਾਚੇ ਦੀ ਬਹੁਤ ਸਪੈਸ਼ਲ ਹੁੰਦੀ ਆ, ਇੱਥੋਂ ਪੀ ਕੇ ਜਾਂਦੇ ਆ। ਸੋ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਸਾਫ਼ ਸਫਾਈ ਵੇਖੋ ਤੁਸੀਂ। ਇਹ ਸਾਰੀਆਂ ਆਪਣੀਆਂ ਤਾਈਆਂ ਬੈਠੀਆਂ ਨੇ। ਹਾਂ, ਇਹ ਤਾਈਆਂ ਬੈਠੀਆਂ ਰੋਟੀ ਖਵਾਉਂਦੀਆਂ, ਰਾੜ ਕੇ ਮੈਂ ਆ ਕੇ ਕਹਿ ਦਿੰਦਾ ਮੇਰੀ ਰੋਟੀ ਜ਼ਰੂਰ ਰਾੜ ਦਿਓ। ਸੋ ਪਿਆਰ ਹੈ ਜੀ, ਇਹੋ ਹੀ ਆਪਾਂ ਚਾਹੁੰਦੇ, ਇਹੋ ਹੀ ਰੈਵੋਲੂਸ਼ਨ, ਇਹੋ ਹੀ ਇਨਕਲਾਬ ਸੀ ਕਿ ਜਦੋਂ ਆਪਾਂ ਇਕੱਠੇ ਹੋ ਗਏ, ਆਪਣਾ ਕਿਚਨ ਇਕੱਠਾ ਕਰ ਲਈਏ, ਆਪਾਂ ਇੱਕ ਦੂਜੇ ਬਾਰੇ ਸੋਚਣਾ ਸ਼ੁਰੂ ਕਰ ਦਈਏ। ਮੈਂ ਇਹ ਨਾ ਕਿ ਮੈਂ ਆਪਣੇ 2 ਰੋਟੀਆਂ ਲਾ ਕੇ ਰੱਖਦਾ, ਮਤਲਬ ਵੱਡਾ ਫੈਮਿਲੀ ਕਹ ਲਓ, ਵੱਡੀ ਪਰਿਵਾਰ ਆ, ਉਹਦੇ ਵਿੱਚ ਸਭ ਕੁਝ ਹੁੰਦਾ। ਸੋ ਬਹੁਤ ਵਧੀਆ ਆ। ਬਾਕੀ ਤੁਹਾਨੂੰ ਘਰ ਵਿਖਾ ਦਿੰਦੇ ਆ। ਜਿਹੜੇ ਸੋਚਦੇ ਯਾਰ ਇਹਨਾਂ ਨੇ 1-2 ਦਿਨਾਂ ਬਾਅਦ ਚੱਲ ਜਾਣਾ, ਇਹਨਾਂ ਨੇ ਤੰਗ ਆ ਜਾਣਾ, ਇਹ ਜੇ ਘਰ ਵੇਖ ਲਓ, ਕੂਲਰ ਸਾਡੇ ਲੱਗੇ ਆ, ਮਤਲਬ ਕਿ ਸੋ ਵਧੀਆ, ਇੱਥੇ ਕੋਈ ਪ੍ਰੋਬਲਮ ਨਹੀਂ ਜੀ। ਸਭ ਬਿਲਕੁਲ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਕੁਛ ਹੀ ਦੇਰ ਦੇ ਇਹ ਰਹਿ ਗਏ ਨੇ, ਇਹਨਾਂ ਨੇ ਚਲੇ ਜਾਣਾ, ਤਾਂ ਉਹ ਦੇਖ ਲੈਣ ਕਿ ਕਿੰਨੇ ਕੁ ਪ੍ਰਬੰਧ ਜਿਹੜੇ ਇੱਥੇ ਕੀਤੇ ਹੋਏ ਨੇ ਸਰਕਾਰ, ਚਾਹੇ ਜੋ ਮਰਜ਼ੀ ਕਰ ਲੈਣ, ਇਹ ਇੱਥੋਂ ਲੋਕ ਨਹੀਂ ਜਾਂਦੇ। ਅੱਗੇ ਵੀ ਹੁਣ ਆਪਾਂ ਡਾਕਟਰ ਸਾਹਿਬ ਨਾਲ ਚਾਹਾਂਗੇ, ਇਨਵਰਟਰ ਵੀ ਦੇਖੋ ਤੁਸੀਂ ਲੱਗ ਚੁੱਕੇ ਨੇ ਕਿ ਬਿਜਲੀ ਵੀ ਜਾਂਦੀ ਹੈ ਤਾਂ ਕੋਈ ਗੱਲ ਨਹੀਂ, ਗਰਮੀ ਦੇ ਵਿੱਚ ਨਹੀਂ ਅਸੀਂ ਬੈਠਦੇ। ਤਾਂ ਡਾਕਟਰ ਸਾਹਿਬ, ਗੁਰੂ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਜਿੱਥੇ ਇਲਾਕੇ 'ਚ ਜਿਹੜੇ ਚੰਗੇ ਲੋਕ ਰਹਿੰਦੇ ਸੀਗੇ ਉਹਨਾਂ ਨੂੰ ਉਹ ਕਹਿੰਦੇ ਸੀ ਕਿ ਉੱਜੜ ਜਾ, ਤੇ ਜਿੱਥੇ ਮਾੜੇ ਰਹਿੰਦੇ ਸੀ ਉਹ ਕਹਿੰਦੇ ਸੀ ਉੱਥੇ ਹੀ ਵਸ ਜਾ। ਤੇ ਇਹ ਇੱਥੇ ਕੀ ਬਣਦੀ ਹੈ? ਬਸ ਇਹੋ ਹੀ ਗੱਲ ਹੈ ਨਾ, ਸਾਡੇ ਚੰਗੀ, ਮੈਂ ਤਾਂ ਕਹਿੰਦਾ ਜਿਹੜੇ ਸੰਘਰਸ਼ੀ ਲੋਕ ਆ ਪੰਜਾਬ ਦੇ, ਰੈਵੋਲੂਸ਼ਨ ਇਹਨਾਂ ਦੇ ਖੂਨ 'ਚ ਕੋਈ ਚੀਜ਼ ਆ। ਮਤਲਬ ਕਿਉਂ ਆ ਕਿ ਕੁਝ ਬੰਦੇ ਇੱਥੇ ਆਉਂਦੇ ਆ ਤੇ ਕੁਝ ਬੰਦੇ ਇੱਥੇ ਕਦੇ ਵੀ ਨਹੀਂ ਆਉਂਦੇ, ਕਿਉਂਕਿ ਕਿਤੇ ਨਾ ਕਿਤੇ ਖੂਨ ਦੇ ਵਿੱਚ ਇਹਨਾਂ ਦੇ ਜ਼ਰੂਰ ਐਸੇ ਯੋਧੇ, ਐਸੇ ਲੋਕ, ਇਹਨਾਂ ਦੇ ਖੂਨ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਜੇਤੂ ਦੇ ਮੋਰਚੇ ਜੰਗ ਲੜੀ, ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਲੜੀ, ਜਿਹੜੇ ਸ਼ਾਇਦ ਹਰੀ ਸਿੰਘ ਨਲੂਏ ਦੇ ਨਾਲ ਲੜਦੇ ਰਹੇ ਜੰਗਲਾਂ ਦੇ ਵਿੱਚ ਆਪਣਾ ਸਿੱਖੀ ਕਾਇਮ ਕਰਨ ਨੂੰ, ਹੈ ਨਾ। ਉਹ ਕਿਤੇ ਨਾ ਖੁਦੇ ਉਹੀ ਖੂਨ ਆ ਜਿਹੜਾ ਅੱਜ ਬਾਰਡਰ 'ਤੇ ਵਿਖਣ ਦਿਆ। ਇਹ ਮੇਰੀ ਗੱਲ ਨੋਟ ਕਰੋ, ਚੈੱਕ ਹੋਣਾ ਚਾਹੀਦਾ। ਬਾਕੀ ਮੈਂ ਤੁਹਾਨੂੰ ਇੱਕ ਹੋਰ ਸਪੈਸ਼ਲ ਚੀਜ਼ ਵਿਖਾਵਾਂ, ਇਹ ਜੋ ਤੰਬੂ ਬਣਾਏ ਕਿੱਦਾਂ ਵਧੀਆ, ਕਿ ਥੱਲੇ ਕਿਉਂਕਿ ਇੱਥੇ ਵੱਡੇ ਮੋਰੇ ਕੱਢ ਸਕਦੇ ਸੀ ਬਾਂਸ ਲਈ, ਇਹਨਾਂ ਨੇ ਸਪੈਸ਼ਲ ਲੋਹਾ ਇੱਥੇ ਤਿਆਰ ਕੀਤਾ ਜਿਹਦੀ ਕਾਸਟ ਜ਼ਿਆਦਾ ਪਈ, ਪਰ ਇਹ ਆ ਕਿ ਇੱਥੇ ਥੱਲੇ ਨੁਕਸਾਨ ਨਾ ਹੋਵੇ ਜ਼ਮੀਨ ਦਾ, ਕਿ ਕਿਉਂਕਿ ਇੱਥੋਂ ਇੱਕ ਦਿਨ ਇੱਥੋਂ ਜਾਣਾ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤੇ ਐਸੀ ਪਹਿਚਾਣ ਛੱਡ ਜਾਈਏ ਕਿ ਜਿਹਦੇ ਕਰਕੇ ਖਿਲਾਰਾ ਪਵੇ। ਸੋ ਕਿਤੇ ਵੀ ਤੁਸੀਂ ਵੇਖੋ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਆਪਣਾ ਸਾਰਾ ਤਿਆਰ ਕੀਤਾ, ਬਹੁਤ ਵਧੀਆ, ਮਤਲਬ ਕਿ ਕੰਮ ਹੈ, ਨੁਕਸਾਨ ਵੀ ਜ਼ਮੀਨ ਨੂੰ ਨਾ ਪਹੁੰਚੇ, ਔਰ ਸਾਫ਼ ਸਫਾਈ ਤੁਸੀਂ ਵੇਖੋ ਉਸ ਤੋਂ ਵੱਧ। ਸੋ ਬਹੁਤ ਵਧੀਆ ਇੱਥੇ ਆਲੇ ਦੁਆਲੇ ਇਦਾਂ ਹੀ ਆ ਜੀ, ਕੰਮ ਹੋਈ ਜਾਂਦਾ। ਤੇ ਆਉਣ ਵਾਲੇ ਮੈਨੂੰ ਲੱਗਦਾ 1-ਅੱਧੇ ਮਹੀਨੇ 'ਚ ਪੂਰਾ ਹੀ ਵਧੀਆ ਕੈਲੀਫੋਰਨੀਆ ਆਪਣਾ ਸੋਹਣਾ ਪਿੰਡ, ਇਹ ਨਾ ਹੋਵੇ ਇੱਥੇ ਸਰਪੰਚੀ ਦੀ ਇਲੈਕਸ਼ਨ ਵੀ ਚਾਚੇ ਨੂੰ ਖੜੀ ਕਰਨੀ ਪਵੇ ਤੇ ਸੋ ਚਾਚੇ ਨੂੰ ਇੱਥੇ ਸਰਪੰਚ ਬਣਾਉਣਾ ਪਵੇ। ਬਹੁਤ ਸੋ ਗੁੱਡ ਹੈ ਜੀ। ਹੁਣ ਤੁਹਾਨੂੰ ਅੰਦਰ ਲੈ ਜਾਂਦੇ ਆਪਣੇ ਕੈਲੀਫੋਰਨੀਆ। ਆ ਸਾਡਾ ਜਿਹੜਾ ਟਰਾਲੀ, ਹੁਣ ਇਹ ਵੀ ਇੱਕ ਢੰਗ ਆ,
ਆ ਸਾਡਾ ਵੇਟਿੰਗ ਏਰੀਆ ਬਾਂਸ ਦਾ, ਇੱਥੇ ਫਿਜ਼ੀਕਲ ਥੈਰੇਪੀ, ਕੋਰੀਅਨ ਐਕਿਊਪੰਚਰ, ਇਹੋ ਜਿਹੀਆਂ ਚੀਜ਼ਾਂ ਇੱਥੇ ਕਰਦੇ ਆ ਸਵੇਰੇ। ਸੋ ਵਧੀਆ ਇੱਕ ਏਰੀਆ ਮਿਲ ਜਾਂਦਾ ਸਾਨੂੰ ਇੱਧਰ। ਇੱਥੇ ਡਾਕਟਰ ਸਾਹਿਬ ਤੁਸੀਂ ਇੰਨੀ ਦੇਰ ਤੋਂ ਰਹਿ ਰਹੇ ਹੋ, ਮਰੀਜ਼ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਮੇਨਲੀ ਆ ਰਹੇ ਨੇ? ਕਿਉਂਕਿ ਅਸੀਂ ਸਿੰਘੂ ਬਾਰਡਰ ਤੇ ਵੀ ਦੇਖਿਆ ਕਿ ਜੋੜਾਂ 'ਚ ਦਰਦਾਂ ਦੇ ਬਹੁਤ ਜਿਹੜੇ ਮਰੀਜ਼ ਆ ਰਹੇ ਨੇ, ਇੱਥੇ ਕਿਸ ਤਰ੍ਹਾਂ ਦੇ ਮਤਲਬ ਮਰੀਜ਼ ਆਉਂਦੇ ਨੇ? ਸੋ ਬਾਈ ਜੀ, ਕਿਉਂਕਿ ਮਰੀਜ਼ ਕਿਤੋਂ ਉੱਥੋਂ ਹੀ ਆਏ ਹੈ ਨਾ, ਸੋ ਵਿਦ ਏਜ ਕਈ ਪ੍ਰੋਬਲਮਾਂ ਤੁਹਾਨੂੰ ਵੇਖਣੀਆਂ ਵਾ, ਜੋੜਾਂ ਦੀ ਦਰਦ ਵਿਦ ਏਜ ਹੋਣੀ ਆ। ਹੁਣ ਇੱਥੇ ਜ਼ਿਆਦਾ ਲੋਕ 80-90 ਸਾਲ ਦੇ ਬਹੁਤ ਬਜ਼ੁਰਗ ਨੇ ਹੈ ਨਾ, ਸੋ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਹੋਣਾ, ਹਾਈ ਬਲੱਡ ਪ੍ਰੈਸ਼ਰ ਵੀ ਹੋਣਾ, ਡਾਇਬੀਟੀਜ਼ ਵੀ ਹੋਣੀ ਆ, ਅੱਖਾਂ ਦੀਆਂ ਬਿਮਾਰੀਆਂ ਵੀ ਹੋਣੀਆਂ, ਗੋਡਿਆਂ ਦੀਆਂ ਬਿਮਾਰੀਆਂ ਵੀ ਹੋਣੀਆਂ। ਸੋ ਮੈਂ ਇਸ ਲਈ ਸਦਾ ਹੀ ਵਿਊਅਰਸ ਨੂੰ, ਆਲੇ ਦੁਆਲੇ ਡਾਕਟਰਸ ਨੂੰ ਇਹੋ ਕਹਿਣਾ, ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ। ਸਾਨੂੰ ਮਹੀਨਾ ਪਹਿਲਾਂ ਦੱਸ ਦਿਓ ਕਿ ਤੁਸੀਂ ਇੱਥੇ ਆਈ ਕੈਂਪ ਲਾਉਣਾ, ਤੁਸੀਂ ਇਹ ਕੈਂਪ ਲਾਉਣਾ, ਤੁਹਾਡੇ ਇੱਥੇ ਪੋਸਟਰ ਲਵਾ ਦਈਏ, ਲੋਕਾਂ ਨੂੰ ਜਾਣਕਾਰੀ ਕਰ ਦਈਏ, ਕਿਉਂਕਿ ਲੋੜਵੰਦ ਪੇਸ਼ੈਂਟਸ ਬਹੁਤ ਆ। ਆਈ ਮੀਨ ਲਿਟਰਲੀ ਅਸੀਂ 4000 ਤੋਂ 6000 ਪੇਸ਼ੈਂਟ ਰੋਜ਼ ਵੇਖਦੇ ਹਾਂ ਇੱਥੇ। ਸੋ ਇਹ ਕਲੀਨਿਕ ਆ, ਔਰ ਮੈਂ ਗਰੰਟੀ ਕਰਦਾ ਕਿ 3 ਪੇਸ਼ੈਂਟ ਤੇ ਸਾਡੇ ਡਾਕਟਰ ਰੋਜ਼ ਪਹੁੰਚਾਉਂਦੇ ਆ। ਤੇ ਤੁਸੀਂ ਸਾਰਾ ਇੱਥੇ ਮਤਲਬ ਕਲੀਨਿਕ ਤਿਆਰ ਕੀਤਾ ਹੋਇਆ, ਹਰੇਕ ਦਵਾਈ ਇੱਥੇ? ਹੁਣ ਰਾਤ ਨੂੰ ਇਹ ਮੁੰਡੇ ਰੀਸਟਾਕ ਕਰਦੇ ਆ ਜੀ, ਆ ਡਾਕਟਰ ਹੀ ਆ, ਡਾਕਟਰਾਂ ਨੂੰ ਰੀਸਟਾਕ ਕਰਨੇ ਪੈਂਦੀ ਆ ਕਿ ਸਵੇਰੇ ਸਾਰਾ ਦਿਨ ਕੰਮ ਕਰੋ, ਰਾਤ ਨੂੰ ਰੀਸਟਾਕ ਕਰੋ, ਜੇ ਰਾਤ ਨੂੰ ਐਮਰਜੈਂਸੀ ਆ ਗਈ ਆ ਤੇ ਉਹ ਵੀ ਕਰੋ। ਆ ਸਾਡੇ ਡਾਕਟਰ ਸੁਖਮਨ ਆ ਬਾਈ ਜੀ ਹੁਣੀ, ਹੁਣ ਪਿਛਲੇ 3-4 ਮਹੀਨਿਆਂ ਤੋਂ ਇੱਥੇ ਲਗਾਤਾਰ ਕੰਮ ਕਰਦੇ ਆ। ਮੇਰਾ ਬੋਝ ਇਹਨਾਂ ਨੇ ਲਾਈਟ ਕੀਤਾ, ਨਹੀਂ ਤੇ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਇਹੋ ਹੀ ਕੰਮ ਕਰਨਾ ਪਿਆ, ਪਰ ਜਦੋਂ ਦਾ ਇਹ ਬਾਈ ਆ ਗਿਆ ਇਹਨੇ ਸੰਭਾਲ ਲਿਆ। ਸੋ ਹੁਣ ਇਹਨੂੰ ਵੀ ਘਰ ਅਸੀਂ ਭੇਜ ਦੇਣਾ 1-2 ਦਿਨਾਂ ਨੂੰ, ਦਿਲ ਨਹੀਂ ਕਰਦਾ, ਪਰ ਇਹਦਾ MD ਐਗਜ਼ਾਮ ਆਉਣ ਵਾਲਾ, ਸੋ ਉਹਦੇ ਲਈ ਇਹਨੂੰ ਸਾਨੂੰ 10 ਕੁ ਦਿਨ ਛੁੱਟੀ ਦੇਣੀ ਪੈਣੀ ਹੈ। ਡਾਕਟਰ ਸਾਹਿਬ ਤੁਹਾਡੇ ਪਰਿਵਾਰ 'ਚ ਕੌਣ ਹੈ? ਕਿਉਂਕਿ ਅਮਰੀਕਾ ਤੋਂ ਆਏ ਹੋ ਤੁਸੀਂ, ਪਰਿਵਾਰ 'ਚ ਕਿੰਨੇ ਕੁ ਜੀ ਨੇ ਤੁਹਾਡੇ, ਮਾਪੇ ਜਾਂ ਤੁਹਾਡੇ ਹੋਰ ਕੌਣ ਨੇ ਤੁਹਾਡੇ ਘਰ 'ਚ? ਹਾਂਜੀ, ਸਾਡਾ ਜੀ ਮੈਂ ਜੁਆਇੰਟ ਫੈਮਿਲੀ ਆ, ਸਾਡਾ ਬਹੁਤ ਵੱਡਾ ਪਰਿਵਾਰ ਆ। ਤੇ ਮੇਰੇ ਆਪ ਦੇ ਮਤਲਬ ਕਿ ਕਹਿ ਲਓ ਕਿ 5 ਭਰਾ ਨੇ ਮੇਰੇ ਫਾਦਰ ਸਾਹਿਬ ਹੁਣੀ, ਤੇ 4 ਭਰਾ ਅਮਰੀਕਾ ਵਾ, 1 ਇੰਡੀਆ 'ਚ ਹੀ ਰਹਿੰਦੇ ਨੇ। ਤੇ ਉਹ ਮੇਰੀ ਵਾਈਫ ਸ਼ੀ ਬਹੁਤ ਵਧੀਆ ਜੌਬ ਤੇ ਆ, ਸਿਗਨਾ ਹੈਲਥ ਕੇਅਰ ਦੇ ਨਾਲ। ਮੇਰੀ ਛੋਟੀ ਬੱਚੀ 3 ਸਾਲ ਦੀ, ਮੇਰਾ ਭਰਾ ਵਰਜੀਨੀਆ ਕੰਮ ਕਰਦੇ ਆ, ਸਿਸਟਰ ਆ, ਤੇ ਇੱਦਾਂ ਹੀ ਮੇਰੇ ਹੋਰ ਵੀ ਭਰਾ ਅਮਰੀਕਾ 'ਚ। ਮਤਲਬ ਬਹੁਤ ਵੱਡਾ ਪਰਿਵਾਰ ਸਾਡਾ, ਸੋਹਣਾ ਸਾਡਾ ਵਸਿਆ ਉੱਥੇ ਪਰਿਵਾਰ ਆ ਪਿਛਲੇ 24 ਸਾਲਾਂ ਤੋਂ। ਤੇ ਇੱਥੇ ਹੁਣ ਡਾਕਟਰ ਸਾਹਿਬ ਕਾਹਦੀ ਤੁਸੀਂ ਇੱਥੇ ਤਿਆਰੀਆਂ ਕਰਦੇ ਹੋ? ਐਡੇ ਬਾਂਸ ਤੇ ਉਹ ਲੋਹੇ ਦੇ ਸਾਰੇ ਰੱਖੇ ਹੋਏ ਨੇ। ਹਾਂਜੀ, ਪੂਰੀ ਕੰਸਟਰਕਸ਼ਨ ਤੁਸੀਂ ਵੇਖਦੇ, JCB ਵੀ ਆ, ਉਹ ਬਾਥਰੂਮ ਆ ਪਿੱਛੇ ਗਏ, ਆ ਸਾਡੀ ਟਰਾਲੀ ਹੈ ਜਿਹਨਾਂ ਅਸੀਂ ਟਰਾਲੀ ਟੂ ਟਰਾਲੀ ਸਰਵਿਸ ਕਰਦੇ ਹਾਂ ਟਰੈਕਟਰਾਂ ਦੀ, ਆ ਪਾਣੀ ਦੀਆਂ ਟੈਂਕੀਆਂ, ਆ ਬਾਂਸ, ਤੇ ਇੱਥੇ ਸਾਡੇ ਲੋਹੇ ਦੇ ਘਰ ਤੇ ਹੁਣ ਵੈਲਡਿੰਗ ਇੱਥੇ ਹੁੰਦੀ ਔਨ ਦਾ ਸਪਾਟ। ਪਹਿਲਾਂ ਅਸੀਂ ਬਾਹਰੋਂ ਕਰਦੇ ਹੁੰਦੇ ਸੀ, ਹੁਣ ਇੱਥੇ ਹੀ ਸਭ ਵੈਲਡਿੰਗ ਵੀ ਇੱਥੇ ਹੁੰਦੀ ਆ, ਲੋਹਾ ਵੀ ਇੱਥੇ ਹੁੰਦਾ। ਸੋ ਇੱਥੇ ਹੀ ਘਰ ਬਣਾਈ ਦੀ, ਇੱਥੋਂ ਫਿਰ ਅੱਗੇ ਟਰਾਂਸਪੋਰਟ ਕਰਦੇ। ਮਟੀਰੀਅਲ ਲਿਆਉਣ 'ਚ ਤਾਂ ਨਹੀਂ ਕੋਈ ਦਿੱਕਤ ਆਉਂਦੀ? ਦਿੱਕਤ ਆਊਗੀ ਜੀ, ਦਿੱਕਤਾਂ ਤਾਂ ਆਉਂਦੀਆਂ, ਪਰ ਦਿੱਕਤਾਂ ਨਾਲ ਖਾਲਸਾ ਲੜਿਆ ਜੀ। ਖਾਲਸਾ ਜੇ ਤੁਸੀਂ ਸਾਡਾ ਪਿਛਲਾ ਵੇਖ ਲਓ, ਉਹ ਫਾਇਦਾ ਹੀ, ਉਹ ਸੰਘਰਸ਼ ਹੀ ਕੀਤਾ ਜੇ ਦਿੱਕਤ ਨਾ ਆਵੇ, ਪਰ ਉਨੀ ਦਿੱਕਤ ਨਹੀਂ ਆਉਂਦੀ ਜਿੰਨੀ ਸਾਰੀ ਇਸ ਵੇਲੇ ਬਜ਼ੁਰਗਾਂ ਨੂੰ ਆਉਂਦੀ ਹੈ ਸੜਕਾਂ 'ਤੇ ਸੌਂ ਕੇ। ਸੋ ਸਾਨੂੰ ਕੋਈ ਆਉਂਦੀ ਹੋਊਗੀ, ਉਹਦਾ ਅਸੀਂ ਮੈਂਸ਼ਨ ਕਰਨਾ ਜ਼ਰੂਰੀ ਨਹੀਂ ਸਮਝਦੇ। ਸਭ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਹੋਈ ਜਾਂਦਾ, ਵਾਹਿਗੁਰੂ ਸਭ ਕੁਝ ਕਰਾਉਂਦਾ, ਉਹਨੇ ਸਭ ਕੁਝ ਕਰਾ ਦੇਣਾ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਾਰਾ ਇੱਥੇ ਕੰਸਟਰਕਸ਼ਨ ਚੱਲਦੀ ਹੈ। ਜੋ ਇੱਥੇ ਚਾਹੇ ਘਰ ਬਣਾਉਣਾ, ਬਾਂਸ ਦਾ ਬਣਾਉਣਾ, ਚਾਹੇ ਲੋਹੇ ਦਾ ਬਣਾਉਣਾ, ਪਿੱਛੇ ਇੱਥੇ ਸਾਰਾ ਜਿਹੜਾ ਫਰੇਮ ਸੈੱਟ ਕੀਤਾ ਜਾਂਦਾ, ਵੈਲਡਿੰਗ ਕੀਤੀ ਜਾਂਦੀ ਹੈ, ਸਾਰੀ ਪਿੱਛੋਂ ਹੀ ਜਿਹੜੀ ਪਲੈਨਿੰਗ ਉਹ ਹੁੰਦੀ ਹੈ। ਤਾਂ ਅੱਗੇ ਵੀ ਹੋਰ ਆਪਾਂ ਦੇਖਦੇ ਹਾਂ ਕਿ ਕੀ ਇਸ ਪਿੰਡ ਕੈਲੀਫੋਰਨੀਆ ਦੇ ਵਿੱਚ ਹੈ। ਤਾਂ ਡਾਕਟਰ ਸਾਹਿਬ ਆ ਹੁਣ ਕੀ ਇੱਥੇ ਬਣਾਇਆ ਹੋਇਆ ਤੁਸੀਂ ਆਪਣੇ ਪਿੰਡ? APJ ਅਬਦੁਲ ਕਲਾਮ ਡੈਂਟਲ ਹਸਪੀਟਲ ਆ। ਸਾਡੇ ਬਾਈ ਜਰਮਨੀ ਤੋਂ ਆਇਆ ਸੀ ਡਾਕਟਰ, ਨਾਲ ਸਾਡੇ ਪਟਿਆਲੇ ਤੋਂ ਡਾਕਟਰ ਆ, ਨਾਲੇ ਸਾਡੇ ਸਰਦਾਰ ਬਾਬਾ ਜਸਵੰਤ ਸਿੰਘ ਜੀ ਲੁਧਿਆਣਾ, ਉਹ ਡੈਂਟਲ ਕਾਲਜ ਜਿੱਥੇ, ਉੱਥੋਂ ਵੀ ਕਾਫੀ ਟੀਮ ਆਉਂਦੀ। ਜਸਨੂਰ ਆ ਸਾਡਾ ਜਿਹੜਾ ਇੱਥੇ ਆਉਂਦਾ, ਬਹੁਤ ਹੈਲਪ ਕਰਦਾ। ਇੱਦਾਂ ਹੀ ਹੋਰ ਇੱਕ ਲੇਡੀ ਡਾਕਟਰ ਆ ਉੱਥੋਂ ਦੇ, ਬਹੁਤ ਬਾਬਾ ਜੀ ਹੋਣਾ ਦਾ ਵੀ ਬਹੁਤ ਇੱਥੇ ਸਟਾਫ ਆਉਂਦਾ ਰਹਿੰਦਾ। ਸੋ ਡੈਂਟਲ ਸਾਡਾ ਇਹ ਪ੍ਰੋਪਰ ਜਿਹੜਾ ਡਾਕਟਰ ਚਰਨਜੀਤ ਆ ਪਟਿਆਲੇ ਤੋਂ, ਸੋ ਕਾਫੀ ਵੱਡੀ ਟੀਮ ਹੈ ਜਿਹੜੀ ਰੋਟੇਟ ਕਰਦੀ ਹੈ। ਐਵਰੀ ਸੰਡੇ ਤੇ ਆਉਂਦੇ ਆ, ਤੇ ਜਦੋਂ ਵੀ ਉਹਨਾਂ ਨੂੰ ਵੀਕਡੇਜ਼ ਟਾਈਮ ਹੁੰਦਾ ਉਦੋਂ ਵੀ ਆਉਂਦੇ ਆ। ਕਿਹੜੀ ਇੱਥੇ ਮੈਡੀਕਲ ਸੁਵਿਧਾ ਜਿਹੜੀ ਹੈ ਪੇਸ਼ੈਂਟ ਨੂੰ ਮਿਲਦੀ ਹੈ? ਕੋਈ ਪਰਟੀਕੂਲਰ ਹੈ ਕਿ ਸਾਰੀਆਂ ਸੁਵਿਧਾਵਾਂ ਇੱਥੇ ਮਿਲਦੀਆਂ ਨੇ ਹਰ ਕਿਸੇ ਨੂੰ? ਨਹੀਂ, ਹਰ ਇੱਕ ਚੀਜ਼ ਹੈ ਜੀ, ਅਦਰ ਦੈਨ ਕੈਂਸਰ ਤੋਂ ਇਲਾਵਾ ਅਸੀਂ ਇੱਥੇ ਸਭ ਕੁਝ ਹੀ ਵੇਖਦੇ ਹਾਂ। ਕੈਂਸਰ ਦੀ ਟ੍ਰੀਟਮੈਂਟ ਜਿਹਨੂੰ ਪ੍ਰੋਪਰ ਲੁੱਕ ਚਾਹੀਦੀ ਹੁੰਦੀ ਆ, ਉਹ ਤੋਂ ਇਲਾਵਾ ਸਭ ਕੁਝ ਇੱਥੇ ਮਿਲਦਾ। ਆ ਸਾਡਾ ਮੋਦੀ ਖਾਨਾ ਜੀ। ਠੀਕ ਹੈ, ਤੇ ਹੁਣ ਮੋਦੀ ਖਾਨਾ ਤੁਹਾਡਾ ਇੱਥੇ ਆ ਗਿਆ, ਤੇ ਇਸ ਮੋਦੀ ਖਾਨੇ ਦੇ ਵਿੱਚ ਕਦੀ ਕੋਈ ਅੰਨ ਦੀ ਕਮੀ ਆਈ ਹੋਵੇ ਭੰਡਾਰ ਦੇ ਵਿੱਚ? ਨਹੀਂ, ਵਾਹਿਗੁਰੂ ਇਸ ਲਈ ਮੋਦੀ ਖਾਨਾ ਜੀ ਨਾ, ਜੇ ਕਦੀ ਕਮੀ ਆ ਗਈ ਫਿਰ ਅਸੀਂ ਇਹਦਾ ਨਾਮ ਬਦਲ ਦਾਂਗੇ, ਕਿਉਂਕਿ ਜਿੱਥੇ ਵਾਹਿਗੁਰੂ ਦੀ ਕਿਰਪਾ ਹੋਵੇ ਉੱਥੇ ਕਦੀ ਵੀ ਜਿੱਥੇ ਬਣ ਗਿਆ ਮੋਦੀ ਖਾਨਾ, ਉੱਥੇ ਕਮੀ ਨਹੀਂ ਕਦੀ ਰਹਿ ਸਕਦੀ। ਸੋ ਨਾ ਕਦੀ ਕਮੀ ਆਈ ਆ,
ਔਰ ਇੱਥੇ ਭਾਵੇਂ ਝਾੜੂ ਤੋਂ ਲੈ ਕੇ ਛੋਟੇ ਜਿਹੇ ਰਸਾਂ ਤੋਂ ਲੈ ਕੇ ਬੇਸ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਵੀ ਆ ਤੇ ਵੱਡੀ ਚੀਜ਼ ਆ ਜਿਹੜਾ ਮੈਂ ਵਿਖਾਦਾ ਸੋਇਆ। ਹਾਂਜੀ ਇਹ ਜਿਹੜਾ ਆਪਣੇ ਇੱਥੇ ਸ਼ੋਅ ਵੇਖੋ ਉਹਨੂੰ ਕਹੋਗੇ ਕਿ ਬਹੁਤ ਹੈਲਥੀ ਚੀਜ਼ ਆ ਔਰ ਤੁਸੀਂ ਇੱਥੇ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਾਓ ਕਿਉਂਕਿ ਕਈ ਵਾਰੀ ਕਈ ਲੋਕ ਮੀਟ ਨਹੀਂ ਖਾਂਦੇ, ਉਹਨਾਂ ਨੂੰ ਪ੍ਰੋਟੀਨ ਦੀ ਕਮੀ ਆ। ਸੋ ਛੋਲੇ ਤੇ ਸੋਇਆਬੀਨ ਇਹ ਬਹੁਤ ਹੈਲਥੀ ਚੀਜ਼ ਆ ਜਿਹੜੀ ਟਰਾਈ ਕਰੋ ਤੁਸੀਂ ਲੋਕਾਂ ਨੂੰ ਵੱਧ ਤੋਂ ਵੱਧ ਦੇਣ ਦੀ। ਤੇ ਜਿਸ ਤਰ੍ਹਾਂ ਸਾਰਾ ਇੱਥੇ ਭੰਡਾਰ ਪੂਰਾ ਭਰਿਆ ਹੋਇਆ, ਲੋਕ ਕੀ ਮਤਲਬ ਜ਼ਰੂਰਤਾਂ ਸਾਰੀਆਂ ਇੱਥੇ ਪੂਰੀਆਂ ਹੁੰਦੀਆਂ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਅਸੀਂ ਉਹ ਕੋਈ ਵੀ ਚੀਜ਼ ਇੱਥੇ ਉਹ ਨਹੀਂ ਰੱਖਦੇ ਜਿਹੜੀ ਐਵੇਂ ਆ, ਮਤਲਬ ਅਸੀਂ ਉਹ ਚੀਜ਼ ਰੱਖਣ ਦੀ ਕੋਸ਼ਿਸ਼ ਕਰਦੇ। ਭਾਂਡੇ ਤੱਕ ਰੱਖੇ ਹੋਏ ਨੇ ਇੱਥੇ ਕਈ ਵਾਰੀ ਕਿਉਂਕਿ ਲੋੜ ਪੈ ਜਾਣੀ, ਹੁਣ ਜੇ ਕੋਈ ਵਿਚਾਰਾ ਬਜ਼ੁਰਗ ਆ ਉਹਦਾ ਹਨਾ ਉਹ ਕਿੱਥੇ ਜਾਊਗਾ। ਸੋ ਉਹੀ ਚੀਜ਼ਾਂ ਵਾ ਜਿਹੜੀਆਂ ਲੋੜਮੰਦ ਚੀਜ਼ਾਂ। ਹੁਣ ਸਾਬਣ ਆ, ਸਾਬਣ ਦਾ ਹਰ ਕਿਸੇ ਗੱਲ ਇਹ ਆ ਨਾ ਬਾਈ, ਅਸੀਂ ਯੰਗ ਜਿਹੜੇ ਲੜਕੇ ਆ ਜਾਂ ਪਿੰਡਾਂ ਤੋਂ ਆਉਂਦੇ ਕਹਿੰਦੇ ਬਾਈ ਆਪਣਾ ਸਮਾਨ ਆਪੇ ਲੈ ਕੇ ਆਓ, ਤੁਸੀਂ ਜਾ ਸਕਦੇ ਹੋ ਦੁਕਾਨ। ਪਰ ਜਿਹੜੇ ਬਜ਼ੁਰਗ ਆ ਵਿਚਾਰੇ ਹੁਣ ਗਰਮੀ 'ਚ ਕਿੱਥੇ ਤੁਰ ਕੇ ਜਾਣਗੇ ਹੈ ਨਾ। ਸੋ ਇਹ ਅਸੀਂ ਟਰਾਈ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਵੇਖੋ ਜਿੱਥੋਂ ਤੱਕ ਤੁਸੀਂ ਆਪਣੀ ਸਪੋਰਟ ਕਰ ਸਕਦੇ ਹੋ ਆਪਣੀ ਸਪੋਰਟ ਕਰੋ। ਪਰ ਜਿਹੜੇ ਬਜ਼ੁਰਗ ਆ ਜਿਹੜੇ ਨਹੀਂ ਕਰ ਸਕਦੇ ਉਹ ਇੱਥੇ ਜ਼ਰੂਰ ਹੋਣ, ਉਹ ਕਿਤੇ ਰਹਿ ਨਾ ਜਾਣ, ਕਿਤੇ ਕੋਈ ਇਹ ਨਾ ਕਵੇ ਕਿ ਹੁਣ ਵੇਖੋ ਇੱਥੇ ਫੰਗਲ ਡਿਜ਼ੀਜ਼ ਬਹੁਤ ਫੈਲੇ ਸੀ, ਇਨਫੈਕਸ਼ਨਾਂ ਬਹੁਤ ਫੈਲੀਆਂ ਸੀ, ਉਹਦੇ ਕਰਕੇ ਇਹ ਕੁਝ ਕੀਤਾ ਕਿ ਯਾਰ ਜਿਹੜੇ ਸਾਫ਼ ਸਫਾਈ ਲੋਕ ਆਪਣੀ ਰੱਖ ਸਕਣ, ਜਿਹੜੀ ਨਹੀਂ ਕਿਉਂਕਿ ਕਈ ਸਹੂਲਤਾਂ ਨਹੀਂ ਹੈਗੀਆਂ। ਸੋ ਉਹਦੇ ਹਿਸਾਬ ਨਾਲ ਅਸੀਂ ਆ ਕੰਮ ਸ਼ੁਰੂ ਕੀਤਾ ਸੀ। ਜਿਹੜਾ ਮੁੰਡੇ ਇੱਥੇ ਮੈਂ ਤਾਂ ਕਹਾਂ ਇੱਥੇ ਦਿਨ ਰਾਤ ਇੱਕ ਕਰਦੇ, ਹੁਣ ਰਾਤ ਨੂੰ ਆਖੋ ਬਾਈ ਰੀਸਟਾਕ ਕਰ ਰਿਹਾ, ਹੁਣ ਜੋ ਵੀ ਟਾਈਮ ਹੋਇਆ ਹੋਊਗਾ ਅੱਧੀ ਰਾਤ ਨੂੰ ਵੀ ਇੱਥੇ ਰੀਸਟਾਕਿੰਗ ਚੱਲਦੀ ਆ। ਸਾਫ਼ ਸਫਾਈ ਤੁਸੀਂ ਵੇਖ ਲਓ ਕਿੰਨਾ ਅੰਦਰੋਂ ਸਾਫ਼ ਆ। ਸੋ ਮੇਨਟੇਨੈਂਸ ਇਹ ਮੁੰਡੇ ਜਿਹੜੇ ਭਰਾ ਮੇਰੇ ਕਹਿ ਲਓ ਜਿਹੜੇ ਆ ਸਾਰਾ ਇੱਥੇ ਦਿਨ ਰਾਤ ਮਿਹਨਤ ਕਰਦੇ ਆ। ਤੇ ਅੱਗੇ ਹੋਰ ਡਾਕਟਰ ਸਾਹਿਬ ਕਿਹੜੇ ਤੁਹਾਡੇ ਕੋਨੇ ਜਿਹੜੇ ਇੱਥੇ ਇੱਕ ਕੋਨਾ ਜੇ ਅਸੀਂ ਤੁਹਾਡੇ ਪਿੰਡ ਕੈਲੀਫੋਰਨੀਆ ਦਾ ਦੇਖਣਾ ਵੀ ਕੋਈ ਰਹਿ ਨਾ ਜਾਵੇ ਲੋਕਾਂ ਨੂੰ, ਕਿਉਂਕਿ ਜ਼ਰੂਰ ਬਹੁਤ ਜ਼ਰੂਰੀ ਹੈ। ਇਹ ਲਾਇਬ੍ਰੇਰੀ ਹੈ ਇਹ ਬਾਈ ਜੀ, ਦਿਨੇ ਲਾਇਬ੍ਰੇਰੀ ਹੁੰਦੀ ਆ, ਰਾਤ ਨੂੰ ਮੂਵੀ ਥੀਏਟਰ ਵੀ ਬਣ ਜਾਂਦਾ, ਫਿਰ ਲਿਵਿੰਗ ਸ਼ੈਲਟਰ ਵੀ ਬਣ ਜਾਂਦਾ। ਸੋ ਡਿਪੈਂਡਿੰਗ ਔਨ ਕਿੰਨੇ ਲੋਕ ਆ, ਕਿੰਨੀ ਲੋੜ ਆ, ਉਹਦੇ ਹਿਸਾਬ ਨਾਲ ਇਹ ਚੇਂਜ ਹੁੰਦਾ ਰਹਿੰਦਾ। ਪਰ ਦਿਨੇ ਯੂਜਲੀ ਲਾਇਬ੍ਰੇਰੀ ਹੈ ਜਿੱਥੇ ਲੋਕ ਆ ਕੇ ਪੜ੍ਹਦੇ ਆ, ਲਿਖਦੇ ਆ। ਫਿਰ ਸਾਡਾ ਸਕਰੀਨ ਆ ਗਈ। ਹਾਂਜੀ ਇੱਥੇ ਰਾਤ ਨੂੰ ਮੂਵੀਜ਼ ਵਿਖਾਉਂਦੇ ਆ, ਜਦੋਂ ਭਾਵੇਂ ਸਾਹਿਬਜ਼ਾਦਿਆਂ ਤੇ ਜਾਂ ਉੱਦਾਂ। ਤੇ ਆਹ ਸਾਡੇ ਜਿੱਦਾਂ ਮੰਜਿਆਂ ਦੀ ਬਹੁਤ ਲੋੜ ਹੈ ਇੱਥੇ ਬਾਰਡਰਾਂ ਤੇ। ਬਜ਼ੁਰਗ ਆ ਥੱਲੇ ਨਹੀਂ ਸੌਂ ਸਕਦੇ, ਉਹਨਾਂ ਲਈ ਮੰਜੇ ਵੰਡੀ ਦੇ ਆ। ਸੋ ਅਲੱਗ-ਅਲੱਗ ਚੀਜ਼ਾਂ ਇੱਥੇ ਹੁੰਦੀਆਂ ਰਹਿੰਦੀਆਂ। ਤੁਹਾਡੇ ਪਿੰਡ ਕੈਲੀਫੋਰਨੀਆ 'ਚ ਕਮੀ ਕਿਸੇ ਚੀਜ਼ ਦੀ ਨਹੀਂ, ਮਤਲਬ ਜੋ ਸਹੂਲਤਾਂ ਇੱਕ ਪਿੰਡ ਦੇ ਵਿੱਚ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਸਹੂਲਤਾਂ ਇੱਥੇ ਹੈਗੀਆਂ ਨੇ, ਉਸ ਤੋਂ ਵੱਧ ਹੀ ਨੇ। ਸਹੂਲਤਾਂ ਦੀ ਛੱਡੋ, ਬੇਸ ਆ ਪੜ੍ਹਾਈ, ਮੈਡੀਸਨ, ਸਾਫ਼ ਪਾਣੀ ਤੇ ਛੱਤ, ਇਹ ਹਰ ਇੱਕ ਬੰਦੇ ਨੂੰ ਇੱਕ ਸਾਡਾ ਹੱਕ ਆ ਯਾਰ। ਜਦੋਂ ਅਸੀਂ ਟੈਕਸ ਦਿੰਦੇ ਆ ਇਹ ਦੇਣਾ ਪੈਣਾ। ਉਹ ਚੀਜ਼ਾਂ ਦੇ ਦਿਓ, ਬਾਕੀ ਗੱਲਾਂ ਬਾਅਦ 'ਚੋਂ ਕਰਾਂਗੇ। ਇਹ ਚੀਜ਼ਾਂ ਹਰ ਇੱਕ ਪਿੰਡ ਨੂੰ ਭਾਵੇਂ ਆਉਣ ਵਾਲੀਆਂ ਇਲੈਕਸ਼ਨਾਂ ਆਪਣੇ ਸਰਪੰਚਾਂ MLA ਤੋਂ ਸਾਰਿਆਂ ਤੋਂ ਮੰਗਣੀਆਂ ਚਾਹੀਦੀਆਂ। ਪੜ੍ਹਾਈ, ਐਜੂਕੇਸ਼ਨ, ਇਹ ਜੋ ਅੱਜ ਇੱਥੇ ਆਪਾਂ ਪਹੁੰਚੇ ਆ ਇਸ ਲਈ ਪਹੁੰਚੇ ਸਾਡੇ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਐਜੂਕੇਸ਼ਨ ਦਾ ਲੈਵਲ ਡਰੋਪ ਹੋਇਆ ਤੇ ਆਪਾਂ ਨੂੰ ਫਿਰ ਉਹ ਮੰਗਣਾ ਪੈਣਾ। ਵੈਸੇ ਜਦੋਂ ਇੱਥੇ ਲੋਕਾਂ ਦਾ ਤੁਸੀਂ ਕੋਈ ਇਲਾਜ ਕਰਦੇ ਹੋ ਜਾਂ ਕੋਈ ਉਹਨਾਂ ਦੀ ਜਿਹੜੀ ਚੀਜ਼ ਚਾਹੀਦੀ ਹੈ ਨਾ ਉਹ ਪੂਰੀ ਕਰਦੇ, ਜਦੋਂ ਅਸੀਸਾਂ ਦਿੰਦੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਕਿਉਂਕਿ ਜਦੋਂ ਬਜ਼ੁਰਗ ਅਸੀਸਾਂ ਦਿੰਦੇ ਨੇ ਤਾਂ ਬਹੁਤ ਹਰੇਕ ਹੀ ਕਹਿੰਦਾ ਕਿ ਸਾਨੂੰ ਅਸੀਸਾਂ ਮਿਲੇ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਬਾਈ ਜੀ ਉਹੋ ਹੀ ਅਸੀਸਾਂ ਕਰਕੇ ਤਾਂ ਵਾਪਸ ਨਹੀਂ ਮੋੜ ਪਾਉਂਦੇ ਕਿ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਕਦੇ ਅਮਰੀਕਾ ਜਾਵਾਂਗੇ, ਉੱਥੇ ਵਧੀਆ ਲਾਈਫ ਆ ਹੈ ਨਾ, ਮੇਰੀ ਬੱਚੀ ਆ, ਮੈਂ ਉਹਨਾਂ ਕੋਲ ਜਾਵਾਂ। ਆਪਣਾ ਜਿੱਦਾਂ ਤੁਸੀਂ ਜਿਹੜੇ ਮੇਰਾ ਕੋਈ ਘਰ ਵੇਖਦਾ ਹੋਊਗਾ ਕਿ ਸਾਡੀ ਵੀ ਪਰਫੈਕਟ ਲਾਈਫ ਸੀ ਜਿਹੜੀ ਮੈਂ ਛੱਡ ਕੇ ਆਇਆ ਇੱਥੇ, ਪਰ ਉਹੀ ਅਸੀਸਾਂ ਵਾ ਜਦੋਂ ਕੋਈ ਤੁਹਾਡੇ ਕੋਲ ਬਜ਼ੁਰਗ ਆ ਕੇ ਕਹਿੰਦਾ ਪੁੱਤ ਥੈਂਕ ਯੂ, ਜਾਂ ਪੁੱਤ ਬਸ ਅੱਜ ਤਾਂ ਜ਼ਿਆਦਾ ਹੀ ਹੋ ਗਿਆ। ਇੱਕ ਵੀ ਮਤਲਬ ਬਹੁਤ ਬਜ਼ੁਰਗ ਲੇਡੀ ਸੀ, ਅਸੀਂ ਬੈਠੇ ਇਕੱਠੇ ਤੇ ਮੇਰੇ ਗੋਡੇ ਹੱਥ ਲਾਤਾ। ਉਹ ਮੈਂ ਕਿਹਾ ਮੇਰੇ ਬਾਪੂ ਨੂੰ ਪਤਾ ਲੱਗ ਗਿਆ ਕਿ ਬਜ਼ੁਰਗਾਂ ਕੋਲ ਗੋਡਿਆਂ ਦਾ ਹੁੰਦਾ, ਮੈਨੂੰ ਉੱਦਾਂ ਹੀ ਕੁੱਟ ਦੇਣਾ। ਸੋ ਉਹੀ ਪਿਆਰ ਆ। ਉਹ ਆਂਦੀ ਮੈਂ ਪੁੱਤ ਤੂੰ ਮੇਰਾ ਪੁੱਤ ਆ, ਪਰ ਇੱਦਾਂ ਮਤ ਜੋ ਵੀ ਉਹਨਾਂ ਨੇ ਗੱਲ ਕੀਤੀ ਬਹੁਤ ਪਿਆਰੀ ਲੱਗੀ ਮੈਨੂੰ। ਪਰ ਮੈਂ ਕਿਹਾ ਛੱਡੋ। ਪਰ ਉਹੀ ਜਿਹੜੀਆਂ ਚੀਜ਼ਾਂ ਐਸੀਆਂ ਹਰਕਤਾਂ, ਐਸਾ ਇੰਨਾ ਪਿਆਰ ਮਿਲਿਆ ਕਿ ਜਿਹੜਾ ਤੁਹਾਨੂੰ ਜਾਣ ਨਹੀਂ ਦਿੰਦਾ, ਜਿਹੜਾ ਤੁਹਾਨੂੰ ਇੱਥੋਂ ਨਿਕਲ ਨਹੀਂ ਦਿੰਦਾ। ਹੁਣ ਆਹ ਬਾਈ ਹੁਣੀ ਦਿਨ ਰਾਤ ਇੱਕ ਕਰਦੇ ਆ, ਆਹ ਹੁਣ ਇੱਥੇ ਖਲੋਤਾ ਬੁੱਟਰ ਬਾਈ ਭਾਲਾ। ਸੋ ਬਹੁਤ ਜ਼ਿਆਦਾ ਇਹਨਾਂ ਦੇ ਸਿਰ ਤੇ ਆ ਜੋ ਸੰਸਥਾ ਕਰ ਪਾਈ ਆ, ਉਹ ਇਹਨਾਂ ਵੀਰਾਂ ਦੇ ਸਿਰ ਤੇ ਆ। ਬਹੁਤ ਜ਼ਿਆਦਾ ਇਹਨਾਂ ਦੀ ਮਿਹਨਤ। ਤੇ ਆ ਇੱਥੇ ਪਾਣੀ ਦੀ ਵੀ ਦਿੱਕਤ ਕਰਕੇ ਆਰਓ ਸਿਸਟਮ ਲਾਤੇ ਇੱਥੇ? ਹਾਂਜੀ, ਅਸੀਂ ਅਲੱਗ-ਅਲੱਗ ਥਾਵਾਂ ਤੇ ਆਰਓ ਸਿਸਟਮ ਲਵਾਏ ਆ। ਟਿਕਰੀ ਬਾਰਡਰ ਤੇ ਇੱਕ ਜਿਹੜਾ ਤੁਸੀਂ ਇੱਥੇ ਵੇਖ ਸਕਦੇ ਹੋ। ਕਿਉਂਕਿ ਇਹ ਵੀ ਕਾਫੀ ਲੋੜ ਸੀ, ਕਿਉਂਕਿ ਦਿੱਲੀ ਦਾ ਪਾਣੀ ਜਿਹੜਾ ਉਹ ਸੂਟ ਨਹੀਂ ਕਈਆਂ ਨੂੰ ਕਰਦਾ, TDS ਕਾਫੀ ਉਹਦਾ ਵੱਧ ਹੁੰਦਾ, ਤਾਂ ਇਹ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ। ਪਾਣੀ ਦੀ ਵੀ ਡਾਇਰੀਆ ਹੋ ਜਾਂਦਾ ਉਹਨਾਂ ਨਾਲ, ਇਹ ਬਹੁਤ ਜ਼ਰੂਰੀ ਹੋ ਗਿਆ ਇਸ ਟਾਈਮ ਤੇ। ਮੈਂ ਤੁਹਾਨੂੰ ਪਿੱਛੇ ਲੈ ਜਾਣਾ ਜੀ, ਇਹ ਕਿਉਂ ਲਵਾਇਆ? ਪਹਿਲੀ ਗੱਲ ਤੇ ਜਦੋਂ ਆਪਾਂ ਬੋਤਲਾਂ ਦਿੰਦੇ ਆ, ਅੱਧੀ ਕੋਈ ਪੀ ਕੇ ਉੱਥੇ ਬੋਤਲ ਸੁੱਟ ਦਿੰਦੇ, ਪੋਲੂਸ਼ਨ ਵੱਧਦਾ। ਸੋ ਦੂਜੀ ਗੱਲ ਉਹਦੀ ਕਾਸਟ ਜ਼ਿਆਦਾ ਸੀ। ਫਿਰ ਆਪਾਂ ਨੂੰ ਪਤਾ ਆ ਗਈ ਇਹ ਸੰਘਰਸ਼ ਲੰਬਾ, ਐਸੇ ਸਟੈਪਸ ਲਓ ਕਿ ਜਿਹਦੇ ਨਾਲ ਤੁਹਾਡੀ ਕਾਸਟ ਵੀ ਘੱਟ ਹੋਵੇ ਤੇ ਤੁਸੀਂ ਜਿਹੜਾ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਕਰ ਸਕੋ। ਜਿਹੜਾ ਤੁਸੀਂ ਕਿਹਾ TDS, ਅਸੀਂ ਪ੍ਰੋਪਰ ਪਹਿਲਾਂ ਬੋਰ ਦਾ ਪਾਣੀ ਚੈੱਕ ਕਰਾਇਆ, ਉਹਦੀ ਰਿਪੋਰਟ ਹੈਗੀ ਆ, ਉਹ ਪੀਣ ਵਾਲਾ ਨਹੀਂ ਸੀ।
ਫਿਰ ਇਹ ਪਾਣੀ ਕਰਾਇਆ, ਇਹ ਪੀਣ ਵਾਲਾ ਹੋਇਆ, ਫਿਰ ਇੱਥੇ ਲੱਗਾ, ਇੱਦਾਂ ਹੀ ਅਲੱਗ-ਅਲੱਗ ਥਾਵਾਂ 'ਤੇ ਲੱਗੇ। ਹੁਣ ਤੁਸੀਂ ਵੇਖੋ ਕਿ ਆਰਓ ਸਿਸਟਮ ਮੈਂ ਜਿਹੜਾ ਵੀ ਵੀਰ ਕਿਤੇ ਵੀ ਸੇਵਾ ਕਰਨਾ ਚਾਹੁੰਦੇ ਪਾਣੀ ਦੀਆਂ ਬੋਤਲਾਂ ਦੀ ਥਾਂ 'ਤੇ ਆਰਓ ਸਿਸਟਮ ਲਵਾਓ, ਬਹੁਤ ਵਧੀਆ ਚੀਜ਼ ਹੈ। ਤੇ ਹੋਰ ਤੁਹਾਡੇ ਪਿੰਡ 'ਚ ਕੋਈ ਜਗ੍ਹਾ ਰਹਿ ਗਈ ਹੋਵੇ ਤਾਂ ਉਹ ਵੀ ਤੁਸੀਂ ਸਾਨੂੰ ਜ਼ਰੂਰ ਦਿਖਾਓ। ਬਾਕੀ ਆ ਚਲੋ ਰੂਮਸ ਆ, ਇਹ ਲੋਕਾਂ ਵਾਸਤੇ ਰਹਿਣ ਨੂੰ ਆਰਾਮ ਕਰ। ਨਾਰਮਲੀ ਅਸੀਂ ਇਹ ਪਹਿਲਾਂ ਲੇਡੀਜ਼ ਲਈ ਰੱਖਿਆ ਸੀ, ਜਿਹੜਾ ਰਹਿਣ ਬਸੇਰਾ ਬਣਾਇਆ ਸੀ ਸਟ੍ਰਿਕਟਲੀ ਐਲਡਰਸ ਐਂਡ ਲੇਡੀਜ਼ ਲਈ ਬਣਾਇਆ ਸੀ। ਜਦੋਂ ਲੇਡੀਜ਼ ਨੂੰ ਆਪਣਾ ਬਾਹਰ ਜਗ੍ਹਾ ਮਿਲ ਜੇ, ਇੱਥੇ ਨਾਲ ਲੇਡੀਜ਼ ਰਾਤ ਤੱਕ ਪਹੁੰਚਣ, ਉਦੋਂ ਫਿਰ ਅਸੀਂ ਇਹ ਫੁੱਲੀ ਕਨਵਰਟ ਕਰਦੇ ਹਾਂ ਬਈ ਚਲੋ ਬਜ਼ੁਰਗ ਦੂਜੇ ਵੀ ਉੱਪਰ ਆ ਕੇ ਰਹਿ ਸਕਦੇ। ਹੁਣ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਕਹਿ ਲਓ ਆਫਿਸ, ਮੇਕ ਸ਼ਿਫਟ ਆਫਿਸ ਲੈ ਜਾਂਦੇ ਆ। ਇਹ ਦਫ਼ਤਰ ਹੈ ਤੁਹਾਡੇ ਪਿੰਡ ਕੈਲੀਫੋਰਨੀਆ, ਮਤਲਬ ਪੰਚਾਇਤ ਹੋ ਗਈ ਇਹ। ਇਹ ਭਰਿਆ ਦਿਨੇ ਤੁਸੀਂ ਕਦੀ ਆਓਗੇ ਤੇ ਕਦੀ ਇਹ ਖਾਲੀ ਨਹੀਂ ਹੁੰਦਾ। ਸੋ ਬਹੁਤ ਬਾਈ ਹੁਣੀ ਅਵਤਾਰ ਸਿੰਘ ਜੀ, ਜੇ ਮੈਂ ਕਿਸੇ ਦੀ ਮੈਂ ਤਾਰੀਫ ਨਹੀਂ ਕਰਦਾ, ਮੈਂ ਅਗੇਨ ਮੈਂ ਉਹ ਗੱਲਾਂ ਤੇ ਆ ਜਾਣਾ ਕਿ ਜਿਹੜੀ ਸਾਡੀ ਟੀਮ ਆ ਇਹਨਾਂ ਦੀ ਦੇਣ ਆ। ਬਾਈ ਹੁਣੀ ਮਤਲਬ ਕਿ ਇਹਨਾਂ ਦੇ ਸਿਰ ਤੇ ਮੈਂ ਸਭ ਕੁਝ ਛੱਡ ਕੇ ਤੇ ਬੰਦਾ ਉੱਡਦਾ ਫਿਰਦਾ। ਸੋ ਬਹੁਤ ਵਧੀਆ ਇਹਨਾਂ ਦਾ ਕੰਮ ਆ। ਤੇ ਨਾਲ ਸਿਕਿਉਰਿਟੀ ਦੇ ਵੀ ਪੂਰੇ ਪ੍ਰਬੰਧ ਨੇ ਇੱਥੇ। ਸਿਕਿਉਰਿਟੀ ਯਾਰ, ਲੋਕ ਮੈਨੂੰ ਇਹ ਕੋਵਿਡ ਦਾ ਬਾਰ-ਬਾਰ ਪੁੱਛਦੇ ਆ ਕਿ ਕੋਵਿਡ ਤੁਸੀਂ ਮਾਸਕ ਕਿਉਂ ਨਹੀਂ ਪਾਉਂਦੇ। ਹੁਣ ਮੈਂ ਵੀ ਉਹਨਾਂ ਨੂੰ ਕਹਿੰਦਾ ਅਸੀਂ ਮਾਸਕ ਇਸ ਲਈ ਨਹੀਂ ਪਾਉਂਦੇ ਕਿ ਮਾਸਕ ਪਾ ਕੇ ਲੋਕਾਂ ਨੇ ਇੱਥੇ ਮਾੜੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਰੋਨਾ ਸ਼ੁਰੂ ਹੋਇਆ, ਇਸ ਲਈ ਮਾਸਕ ਨਹੀਂ ਪਾਉਂਦੇ। ਇੱਦਾਂ ਹੀ ਸਾਨੂੰ ਬਹੁਤ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਕਿ ਇੱਥੇ CID ਫਿਰਦੀ ਆ, ਕੁਝ ਗਲਤ। ਪਿੱਛੇ ਜੇ ਇੱਕ ਕਤਲ ਵੀ ਹੋ ਗਿਆ, ਉਹ ਪਿੱਛੇ ਕਿੱਥੇ ਇੱਥੋਂ ਕਿਲੋਮੀਟਰ ਦੂਰ ਤੇ ਲੋਕਾਂ ਨੇ ਕਹਿ ਦਿੱਤਾ ਜੀ ਪਿੰਡ ਕੈਲੀਫੋਰਨੀਆ ਇੱਦਾਂ ਹੋਇਆ ਕਿ ਅਫਵਾਹਾਂ ਫਲਾਈਆਂ। ਉਹ ਅਫਵਾਹਾਂ ਤੋਂ ਬਚਣ ਲਈ ਅਸੀਂ ਸਾਰੇ ਥਾਂ 'ਤੇ ਸਾਰੀ ਬਿਲਡਿੰਗ 'ਚ ਕੈਮਰੇ ਲਾਏ ਆ, ਕਈ ਥਾਵਾਂ 'ਤੇ ਗੁਪਤ ਥਾਵਾਂ 'ਤੇ ਵੀ ਲਾਏ ਆ ਕਿ ਜੇ ਕੱਲ੍ਹ ਕੋਈ ਨਾ ਕੋਈ ਮਾੜੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਸਾਡੇ ਕੈਮਰਿਆਂ 'ਚ ਜ਼ਰੂਰ ਕੈਚ ਹੋ ਜੇ। ਡਾਕਟਰ ਸਾਹਿਬ, ਜਿਸ ਤਰ੍ਹਾਂ NRI ਦੇ ਅੱਜ ਕੱਲ੍ਹ ਬਹੁਤ ਸਰਕਾਰ ਜਿਹੜੀ ਆ ਉਹ ਤੰਜ਼ ਕੱਸਦੀ ਹੈ ਕਿ ਫੰਡਿੰਗ ਜਿਹੜੀ ਆ ਬਾਹਰੋਂ ਆਉਂਦੀ ਹੈ, ਚਾਹੇ ਪੰਜਾਬ ਦਾ ਹਰੇਕ ਅੱਜ ਕੱਲ੍ਹ ਘਰ ਦੇ ਜਿਹੜੇ ਪੁੱਤ ਨੇ ਜਾਂ ਧੀਆਂ ਨੇ ਉਹ ਬਾਹਰ ਜਾ ਕੇ ਵਸੀਆਂ ਹੋਈਆਂ ਨੇ, ਹੱਡ ਤੋੜ ਵੀ ਮਿਹਨਤ ਕਰਦੇ ਨੇ ਤੇ ਆਪਣੇ ਘਰਦਿਆਂ ਨੂੰ ਪੈਸੇ ਭੇਜਦੇ ਨੇ ਤੇ ਸਰਕਾਰਾਂ ਉਸੇ ਨੂੰ ਹੀ ਫੰਡਿੰਗ ਕਹਿੰਦੀਆਂ ਨੇ। ਤੁਹਾਨੂੰ ਤਾਂ ਨਹੀਂ ਕਦੀ ਕੋਈ ਮਤਲਬ ਸਰਕਾਰ ਨੇ ਕੋਈ ਘੇਰਨ ਦੀ ਕਿਸੇ ਪਾਸਿਓਂ ਕੋਸ਼ਿਸ਼ ਕੀਤੀ? ਨਹੀਂ। ਸੋ ਪਹਿਲੀ ਗੱਲ ਤੇ ਮੈਂ ਪਹਿਲੇ ਕੁਐਸਚਨ 'ਤੇ ਆ ਜਾਣਾ, ਫੰਡਿੰਗ ਜਿਹੜੀ ਬਾਹਰੋਂ ਆਉਂਦੀ, ਮੈਂ ਤਾਂ ਕਹਿੰਦਾ ਬਹੁਤ ਵਧੀਆ ਗੱਲ ਆ। ਅਸੀਂ ਵੀ ਬਾਹਰੋਂ ਆਏ ਹਾਂ, ਅਸੀਂ ਆਪਣੇ ਮਿਹਨਤ ਦੀ ਕਮਾਈ, ਮੈਂ 2 ਸਾਲ ਦੀ ਆਪਣੀ ਮਿਹਨਤ ਦੀ ਕਮਾਈ ਮੈਂ ਨਾਲ ਲੈ ਕੇ ਆਇਆ ਸੀ ਕਿ ਮੈਂ ਆਪਣੇ ਲੋਕਾਂ ਦੇ ਲਈ ਉਹ ਵਰਤਣ ਲਈ ਰੈਡੀ ਹਾਂ ਕਿ ਮੈਂ ਆਪਣੇ ਇੱਥੋਂ 2 ਸਾਲ ਦੀ ਕਮਾਈ ਮੈਂ ਇੱਥੇ ਜ਼ਰੂਰ ਲਾਊਂਗਾ, ਭਾਵੇਂ ਜੇ ਜਿੰਨਾ ਲੰਬਾ ਉਹਦੇ ਹਿਸਾਬ ਨਾਲ ਮੇਰਾ ਪੂਰਾ ਪ੍ਰੋਪਰ ਕਹਿ ਲਓ ਕਿ ਇੱਕ ਮੈਂ ਬਣਾਇਆ ਵਾ ਕਿ ਇੰਨੇ ਆਵਲੇ ਮਹੀਨੇ ਆਵਲੇ ਹਫ਼ਤੇ ਮੈਂ ਇੰਨਾ ਸਪੈਂਡ ਕਰਨਾ, ਠੀਕ ਹੈ ਨਾ। ਸੋ ਇੱਦਾਂ ਮੈਂ ਇਹੋ ਕਹਿੰਦਾ ਕਿ ਗੋਰੇ ਕਿਤੇ ਸਾਡਾ ਪੈਸਾ ਲੁੱਟ ਕੇ ਕਿਤੇ ਬਾਹਰ ਲੈ ਗਏ ਸੀ, ਅੱਜ ਉਹੀ ਪੈਸਾ ਅਸੀਂ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦੇਸ਼ ਨੂੰ ਤੇ ਸੈਲੀਬ੍ਰੇਟ ਕਰਨਾ ਚਾਹੀਦਾ। ਉਹ ਪੰਜਾਬੀ ਉਹੀ ਕੌਮ ਹੈ, ਜਦੋਂ ਇਸ ਦੇਸ਼ ਨੂੰ ਪੈਸੇ ਦੀ ਲੋੜ ਸੀ ਸਭ ਤੋਂ ਵੱਧ ਪੈਸਾ ਇਹ ਪੰਜਾਬੀ ਕੌਮ ਨੇ ਇਕੱਠਾ ਕਰਕੇ ਕਰਨੇ ਦਾ। ਸੋ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਜੀ NRI ਫੰਡਿੰਗ ਆ, ਤੇ ਉਹ ਮੈਂ ਤਾਂ ਕਹਿੰਦਾ ਤੁਸੀਂ ਹੱਥ ਜੋੜ ਕੇ ਥੈਂਕ ਯੂ ਕਰੋ। ਤੁਹਾਡਾ ਜਿੰਨਾ ਇੱਥੋਂ ਬ੍ਰੇਨ ਡਰੇਨ ਹੁੰਦਿਆ, ਤੁਹਾਡਾ ਸਾਰਾ ਯੂਥ ਬਾਹਰ ਭੱਜਦਾ ਕਿਉਂਕਿ ਤੁਸੀਂ ਇਹਨਾਂ ਬੇੜਾ ਗਰ ਕਰਤਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਦਾ ਬੇੜਾ ਗਰ ਕਰਦਾ। ਇੱਥੇ ਕੋਈ ਜੋਬਾਂ ਨਹੀਂ ਬਚੀਆਂ। ਉਹ ਯਾਰ ਅਸੀਂ ਤੇ ਉਹੀ ਪੈਸਾ ਕੈਨੇਡਾ ਅਮਰੀਕਾ 'ਚ ਮਿਹਨਤਾਂ ਕਰਕੇ UK 'ਚ ਮਿਹਨਤਾਂ ਕਰਕੇ NRI ਵਾਪਸ ਭੇਜ ਦਿੰਦੇ। ਤੁਸੀਂ ਤਾਂ ਹੱਥ ਜੋੜੋ, ਸਾਡੇ ਪੈਸਾ ਵਾਪਸ ਆਉਂਦਾ, ਨਹੀਂ ਤਾਂ ਇੱਥੇ ਰਹਿਣਾ ਕੱਖ ਨਹੀਂ ਆ। ਹੁਣ ਜਿੰਨਾ ਪੈਸਾ ਬਾਹਰੋਂ ਲੱਗਾ, ਤੁਹਾਨੂੰ ਵੀ ਪਤਾ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਕਿ ਜਿੰਨਾ ਵੀਰਾਂ ਨੇ NRI ਵੀਰਾਂ ਨੇ ਸਪੋਰਟ ਕਰਕੇ ਪੰਜਾਬ ਦੀ ਉਹ ਖੜਾ ਕੀਤਾ, ਉਹਨਾਂ ਹੋ ਨਹੀਂ ਸਕਦਾ ਸਾਡੀ ਸਿੱਖੀ ਨਾ ਬਚਦੀ ਜੇ NRI ਵੀਰ ਨਾ ਹੁੰਦੇ। ਹੋ ਸਕਦਾ ਜਿੱਦਾਂ ਸਾਡੇ ਨਸ਼ੇ ਫੈਲਾਏ ਗਏ ਪੰਜਾਬ ਦੇ ਵਿੱਚ, ਜੋ ਬੇੜਾ ਕਰ ਕੀਤਾ। ਸੋ ਮੈਂ ਤੇ ਇਹਨੂੰ ਵਧੀਆ ਕਹਿਣਾ, ਪਰ ਅਜੇ ਤੱਕ ਮੈਨੂੰ ਕੁਛ ਨਹੀਂ ਆਇਆ ਕਿਉਂਕਿ ਸਾਡਾ ਕੰਮ ਬਹੁਤ ਸਾਫ਼ ਆ। ਅਸੀਂ ਇੱਥੇ ਅਸੂਲ ਬਣਾਇਆ, ਅਸੀਂ ਇੱਥੇ ਕਿਸੇ ਕੋਲ ਪੈਸਾ ਨਾ ਇੱਕ ਢੇਲੀ ਨਹੀਂ ਫੜਦੇ। ਅਸੀਂ ਸਾਡੀ ਇੱਥੇ ਲਿਸਟ ਬਣਦੀ ਹੈ, ਸ਼ਾਇਦ ਇੱਥੇ ਮੇਰੇ ਟੇਬਲ ਤੇ ਹੋਵੇ। ਅਸੀਂ ਇੱਦਾਂ ਮੇਰੀ ਇੱਕ ਲਿਸਟ ਆ ਪੈਂਫਲੇਟ ਤੇ, ਇੱਦਾਂ ਸਾਡੇ ਪੈਂਫਲੇਟ ਤੇ ਅਸੀਂ ਹਫ਼ਤਾ 2 ਹਫ਼ਤੇ ਬਾਅਦ ਇੱਕ ਲਿਸਟ ਜਾਰੀ ਕਰਦੇ ਹਾਂ। ਉਹਦੇ ਵਿੱਚ ਸਾਡੀਆਂ ਨੀਡਸ ਹੁੰਦੀਆਂ ਕਿ ਮੱਛਰਦਾਨੀਆਂ ਵਾ, ਸਾਨੂੰ ਆਹ ਚਾਹੀਦਾ, ਉਹ ਚਾਹੀਦਾ। ਉਹ ਜਿਹੜੀ ਸਾਡੀ ਲੋੜ ਹੁੰਦੀ ਆ ਉਹਦੇ ਹਿਸਾਬ ਨਾਲ ਸਾਡੇ ਇੱਥੇ ਪਹੁੰਚ ਜਾਂਦੀ ਹੈ। ਸੋ ਸਾਨੂੰ ਕਦੀ ਪੈਸਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਤਾਂ ਹੋਰ ਕੋਈ ਕੋਨਾ ਰਹਿੰਦਾ ਡਾਕਟਰ ਸਾਹਿਬ ਕਿ ਆਪਾਂ ਇੱਥੇ ਖਤਮ ਕਰੀਏ? ਕੋਨੇ ਬੜੇ ਆ। ਸਾਡਾ ਰਿਲੀਜੀਅਸ ਸੈਂਟਰ ਵੀ ਆ, ਥੱਲੇ ਲੰਗਰ ਹਾਲ ਬਾਬਾ ਮਸਤੂਆਣਾ ਜੀ ਦਾ ਚੱਲਣ ਦਿਆ, ਪਰ ਮੈਨੂੰ ਲੱਗਦਾ ਆਪਣਾ ਬਹੁਤ ਲੰਬਾ ਖਿੱਚਿਆ ਗਿਆ। ਸੋ ਅੱਜ ਤੁਹਾਨੂੰ ਬ੍ਰੇਕ ਦਿੰਦੇ ਆ। ਬਹੁਤ ਬਹੁਤ ਧੰਨਵਾਦ ਜੀ। ਤਾਂ ਤੁਸੀਂ ਇਹ ਪਿੰਡ ਕੈਲੀਫੋਰਨੀਆ ਦੇਖਿਆ ਜੋ ਡਾਕਟਰ ਸਾਹਿਬ ਨੇ ਇੱਥੇ ਆ ਕੇ ਵਸਾਇਆ ਤੇ ਜਿਨ੍ਹਾਂ ਦਾ ਹੁਣ ਖੁਦ ਅਮਰੀਕਾ ਜਾਣ ਦਾ ਦਿਲ ਨਹੀਂ ਕਰਦਾ। ਪਰਿਵਾਰ 'ਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤਨੀ ਨੇ 3 ਸਾਲ ਦੀ ਬੇਟੀ ਹੈ, ਪਰ ਇੱਥੇ ਜਦੋਂ ਬਜ਼ੁਰਗਾਂ ਦਾ ਇਲਾਜ ਕਰਦੇ ਨੇ ਤਾਂ ਅਸੀਸਾਂ ਦਿੰਦੇ ਨੇ। ਉਹ ਅਸੀਸਾਂ ਜਿਹੜੀਆਂ ਨੇ ਉਹ ਬਾਹਰ ਨਹੀਂ ਜਾਣ ਦਿੰਦੀਆਂ, ਇੱਥੇ ਹੀ ਖਿੱਚੀ ਰੱਖਦੀਆਂ ਨੇ। ਤਾਂ ਸਲਾਮ ਹੈ ਅਜਿਹੇ ਲੋਕਾਂ ਨੂੰ ਜੋ ਇੱਥੇ ਟਿਕਰੀ ਬਾਰਡਰ 'ਤੇ ਜਾਂ ਜਿਹੜੇ ਵੀ ਬਾਰਡਰਾਂ 'ਤੇ ਬੈਠ ਕੇ ਅਜਿਹੀ ਕੋਈ ਸੇਵਾ ਨਿਭਾ ਰਹੇ ਨੇ, ਬਜ਼ੁਰਗਾਂ ਦੀ ਸੇਵਾ ਕਰ ਰਹੇ ਨੇ, ਤਾਂ ਪੁੰਨ ਦਾ ਕੰਮ ਕਰ ਰਹੇ ਨੇ ਕਿਉਂਕਿ ਲੋੜ ਵੀ ਹੈ ਇੱਥੇ ਲੋਕਾਂ ਨੂੰ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸਨਮਜੀਤ ਸਿੰਘ, ਟਿਕਰੀ ਬਾਰਡਰ।